ਪਹਿਲਾਂ ਆਪਣਾ ਕਿਊਬੈਕ ਵਾਲਾ ਪੋਰਸ਼ਨ ਅਲੱਗ ਹੁੰਦਾ ਸੀਗਾ ਤੇ ontario ਵਾਲਾ ਪੋਰਸ਼ਨ ਅਲੱਗ ਹੁੰਦਾ ਸੀ। ਤੇ ਆਪਾਂ ਅੱਜ ਮੋਹਨਜੀਤ ਨੂੰ ਚੁੱਪ ਕਰਾਤਾ ਕਿਉਂਕਿ ਉਹਨੂੰ ਕੱਖ ਨਹੀਂ ਪਤਾ। ਆ ਕਹਿੰਦੇ ਤੁਹਾਡੇ ਕਿਊਬੈਕ ਵਾਲਿਆਂ ਨੇ ਵਿਦਰੋਹ ਕਰਤਾ ਸੀਗਾ ਥੋੜੇ ਸਾਲ ਪਹਿਲਾਂ, ਤੇ ਫਿਰ ਸਾਨੂੰ ਇੱਕ ਆਫਿਸ ਆਪਣਾ ਉੱਥੇ ਕਿਊਬੈਕ 'ਚ ਖੋਲ੍ਹਣਾ ਪਿਆ ਜਿਹਦੇ 'ਚ ਕਿ ਫਰੈਂਚ ਚੱਲਦੀ ਹੈ। ਐਬੋਰੀਜਨਲਸ ਤੋਂ ਖੋਈ ਹੋਈ ਇਹਨਾਂ ਨੇ ਜ਼ਮੀਨਾਂ, ਤਾਂ ਉਹਨਾਂ ਤੋਂ ਖੋ ਕੇ ਹੀ ਉੱਥੇ ਫਿਰ ਆਪਣੇ ਆਪਣੇ ਕੰਟਰੀ ਬਣਾ ਲਿਆ, ਅਮਰੀਕਾ ਬਣਾ ਲਿਆ ਤੇ ਕੈਨੇਡਾ ਬਣਾ ਲਿਆ। ਪਰ ਮੈਨੂੰ ਕੈਨੇਡਾ 'ਚ ਨਾ ਜਿਵੇਂ ਆਪਣੇ ਇੰਡੀਆ 'ਚ ਦੇਸ਼ ਭਗਤੀ ਜੀ ਹੁੰਦੀ ਹੈ ਨਾ, ਇੱਦਾਂ ਇੱਥੇ ਦੇ ਲੋਕਾਂ 'ਚ ਮੈਨੂੰ ਦੇਸ਼ ਭਗਤੀ ਜੀ ਨਹੀਂ ਦਿਖਦੀ ਹੈਗੀ। ਮੈਂ ਕਹਿੰਦਾ ਸੀ, ਮੈਂ ਕਿਹਾ ਕਿ ਇੱਥੇ ਦੇਸ਼ ਭਗਤੀ ਨਹੀਂ, ਇੱਥੇ ਨੋਟ ਭਗਤੀ ਆ। ਆਉਣ ਵਾਲਾ ਟਾਈਮ ਜਿਹੜਾ ਹੈਗਾ, ਕਹਿੰਦੇ ਧਰਮ ਜਿਹੜਾ ਆਉਣ ਵਾਲਾ ਧਰਮ ਹੈ ਜਿਹਨੂੰ ਤੁਸੀਂ ਕਹਿ ਲਓ, ਦੈਟ ਇਜ਼ ਮਨੀ। ਸਾਡੇ ਤੇ ਬਹੁਤ ਮਾੜਾ ਹੋਇਆ ਜੋ ਕਿ ਮੰਨਿਆ, ਇੱਥੇ ਦੀ ਸਰਕਾਰ ਨੇ ਮਾਫੀਆਂ ਵੀ ਮੰਗੀਆਂ ਨੇ ਉਸ ਤੋਂ ਬਾਅਦ ਕਿ ਹਾਂ ਵੀ ਤੁਹਾਡੇ ਨਾਲ ਅਸੀਂ ਬਹੁਤ ਮਾੜੀ ਕੀਤੀ ਹੈ ਪੁਰਾਣੇ ਟਾਈਮ ਤੇ। ਆਇਡੈਂਟੀਟੀ ਹੀ ਇਹੋ ਜਿਹੀ ਚੀਜ਼ ਆ, ਮੈਂਟਲ ਆਇਡੈਂਟੀਟੀ, ਜਿਹੜੀ ਤੁਹਾਡੇ 'ਚ ਡਿਵੀਜ਼ਨ ਲੈ ਕੇ ਆਊਗੀ। ਇੱਥੇ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈਗਾ ਆਪਣਾ ਕੈਨੇਡਾ ਦਾ, ਉਹ ਬੇਸਿਕਲੀ ਹਜੇ ਵੀ ਉਹਨਾਂ ਨੂੰ ਰਾਜੇ ਨੂੰ ਰਿਪੋਰਟ ਕਰਦਾ ਇਨ ਅ ਸੈਂਸ। ਰਿਪੋਰਟ ਕਰਨਾ, ਹਾਂ। ਵੈਰੀ ਵੈਰੀ ਹੈਪੀ ਕੈਨੇਡਾ ਡੇ। ਤੇ 3 ਦਿਨਾਂ ਬਾਅਦ ਮੈਨੂੰ ਲੱਗਦਾ ਜੁਲਾਈ 4 ਨੂੰ ਹੁੰਦਾ ਅਮਰੀਕਾ ਡੇ, ਹੈ ਨਾ। ਤੇ ਸਾਡਾ ਤਾਂ ਜਿਹੜਾ ਸਾਰਾ ਭਾਈ ਨਾਰਥ ਅਮਰੀਕਾ ਦੇ ਜਿਹੜੇ 2 ਮੇਨ ਕੰਟਰੀ ਨੇ, ਕੈਨੇਡਾ ਤੇ ਅਮਰੀਕਾ, ਇਹਨਾਂ ਦਾ ਤਾਂ ਜਨਮ ਦਿਨ ਹੈ ਭਾਈ ਸਾਡੇ ਆ ਹਫਤੇ। ਇਸ ਕਰਕੇ ਸਾਡਾ ਤਾਂ ਹੈਗਾ ਲੌਂਗ ਵੀਕਐਂਡ। ਸਾਨੂੰ ਅੱਜ ਦੀ ਵੀ ਛੁੱਟੀ, ਸਾਡੇ ਅੱਜ ਤੱਕ ਖੈਰ ਸੈਟਰਡੇ ਸੰਡੇ ਹੈਗਾ ਹੀ ਹੈਗਾ, ਤੇ ਪਲੱਸ ਮੰਡੇ ਦੀ ਛੁੱਟੀ ਹੋਈ ਵੀ ਹੈ ਨਾਲ ਸਾਨੂੰ। ਤੇ 3 ਦਿਨਾਂ ਦਾ ਲੌਂਗ ਵੀਕਐਂਡ ਸੈਲੀਬ੍ਰੇਟ ਕਰਨ ਵਾਸਤੇ ਸਾਰੀਆਂ ਮੋਸਟਲੀ ਦੁਕਾਨਾਂ ਬੰਦ ਸੀਗੀਆਂ ਅੱਜ, ਸਾਰੇ ਬਸ ਅੱਜ ਮੌਜਾਂ ਕਰਦੇ ਨੇ। ਤੇ ਮੈਂ ਵੀ ਮੋਸਟਲੀ ਟਾਈਮ ਘਰੇ ਸਪੈਂਡ ਕੀਤਾ। ਤੇ ਥੋੜ੍ਹੇ ਬਹੁਤ ਫਾਇਰ ਵਰਕਸ ਹੁੰਦੇ ਨੇ ਬਾਹਰ, ਹੁਣੀ ਦੇਖ ਰਹੀ ਸੀ ਮੈਂ, ਸਾਡੇ ਪਿੱਛੇ ਵੀ ਇੱਥੇ ਪਾਰਕ ਹੈ, ਉੱਥੇ ਫਾਇਰ ਵਰਕਸ ਹੋ ਰਹੇ ਨੇ। ਤੇ ਇੱਦਾਂ ਭਾਈ ਕੈਨੇਡਾ ਡੇ ਮਨਾਇਆ ਜਾਂਦਾ ਹੈ। ਤੇ ਹੁਣ ਅਸੀਂ ਆਪਾਂ ਇਹਦੇ ਬਾਰੇ ਥੋੜ੍ਹਾ ਹੋਰ ਡਿਸਕਸ ਕਰ ਸਕਦੇ ਹਾਂ। ਤੇ ਸ਼ਮੀ ਦੀ ਥੋੜ੍ਹਾ ਦੱਸੋ ਸਾਨੂੰ ਕਿ ਕੈਨੇਡਾ ਦੇ ਕਿੰਨਵਾਂ ਸਾਲ ਚੱਲ ਰਿਹਾ? ਆਈ ਥਿੰਕ ਆਪਣਾ 156th ਉਹ ਹੈ ਕੈਨੇਡਾ ਦਾ ਸੈਲੀਬ੍ਰੇਸ਼ਨ, ਮਤਲਬ ਈਅਰ ਸੈਲੀਬ੍ਰੇਸ਼ਨ 156 ਈਅਰਸ ਹੋ ਗਏ ਇਹਨੂੰ, 156 ਸਾਲ। ਹਾਂਜੀ ਹਾਂਜੀ, ਉਹ ਆਪਣੇ 156 ਹੋ ਗਏ। ਤੇ 1867 ਚ ਆਈ ਥਿੰਕ ਕੈਨੇਡਾ ਬਣਿਆ ਸੀਗਾ, 1867 ਚ। ਤੇ ਪਹਿਲਾਂ ਆਪਣਾ ਕਿਊਬੈਕ ਵਾਲਾ ਪੋਰਸ਼ਨ ਅਲੱਗ ਹੁੰਦਾ ਸੀਗਾ ਤੇ ontario ਵਾਲਾ ਪੋਰਸ਼ਨ ਅਲੱਗ ਹੁੰਦਾ ਸੀ। ਈਸਟ ਵੈਸਟ ਕੈਨੇਡਾ ਈਸਟ ਕਹਿੰਦੇ ਹੁੰਦੇ ਸੀ। ਤੇ ਉਸ ਦਿਨ ਫਿਰ ਇਹਨਾਂ ਨੇ ਕਿਹਾ ਕਿ ਇੱਕ ਬਣਾ ਦਿੱਤਾ ਜਾਵੇ, ਤੇ ਫਸਟ ਲੈਂਗੁਏਜ ਵੀ ਕਹਿ ਲਓ ਕਿ ਜਿਵੇਂ ਮਤਲਬ ਫ੍ਰੈਂਚ ਹੋ ਗਈ, ਇੰਗਲਿਸ਼ ਤੇ ਫ੍ਰੈਂਚ ਹੋ ਗਈ ਲੈਂਗੁਏਜ ਤਾਂ ਕਿਊਬੈਕ ਤੇ ਮੇਨ ਜਿਹੜਾ ਹੋਰ ontario ਵਗੈਰਾ, ਮਤਲਬ ਫ੍ਰੈਂਚ ਕਾਲੋਨੀ ਪਲੱਸ ਇੰਗਲਿਸ਼ ਕਾਲੋਨੀ ਨੂੰ ਉਹਨਾਂ ਨੇ ਉਹਦੇ ਮੋਨਾਰਕੀ ਦੇ ਅੰਦਰ ਲੈ ਕੇ ਇਕੱਠਾ ਕਰ ਲਿਆ ਬੇਸਿਕਲੀ, ਉਦੋਂ ਬਣਿਆ। ਫਿਰ ਇਹ ਬਾਅਦ ਵਿੱਚ BC ਵਗੈਰਾ ਬਾਅਦ ਚ ਐਡ ਹੋਏ ਨੇ। ਹਾਂ, ਤੇ ਵਿੱਚ ਪ੍ਰੋਵਿੰਸ ਕਰਕੇ ਬਾਅਦ ਚ ਇੰਡੀਵਿਜੂਅਲੀ ਐਡ ਹੁੰਦੇ ਰਹੇ ਨੇ ਕਾਫੀ ਦੇਰ ਤੱਕ। ਮੈਨੂੰ ਲੱਗਦਾ 1940-45 ਤੱਕ ਬਾਕੀ ਪ੍ਰੋਵਿੰਸ ਨਾਲ ਐਡ ਹੁੰਦੇ ਰਹੇ ਨੇ ਇਹਦੇ। ਤੇ ਹੁਣ ਇਸ ਟਾਈਮ ਆਪਾਂ ਕਹਿ ਸਕਦੇ ਹਾਂ ਵੀ 10 ਪ੍ਰੋਵਿੰਸਿਸ ਨੇ ਕੈਨੇਡਾ ਦੇ ਵਿੱਚ ਤੇ 3 ਟੈਰੀਟਰੀਜ਼ ਨੇ। ਹਾਂ, ਟੈਰੀਟਰੀਜ਼ ਮਤਲਬ ਜੇ ਇੰਡੀਆ 'ਚ ਸਮਝਣਾ ਹੋ ਜਿਵੇਂ ਯੂਨੀਅਨ ਟੈਰੀਟਰੀਜ਼ ਹੁੰਦੀਆਂ ਨੇ, ਇੱਦਾਂ ਦੀ 3 ਟੈਰੀਟਰੀਜ਼ ਨੇ। ਤੇ ਆਪਾਂ ਅੱਜ ਮੋਹਨਜੀਤ ਨੂੰ ਚੁੱਪ ਕਰਾਤਾ ਕਿਉਂਕਿ ਉਹਨੂੰ ਕੱਖ ਨਹੀਂ ਪਤਾ। ਅੱਜ ਸਰੋਤਾ ਬਣੂਗਾ, ਅੱਜ ਇਹ ਸਰੋਤਾ ਬਣੂਗਾ। ਤੇ ਅੱਜ ਜੋ ਆਪਾਂ ਨੂੰ ਕਹੀ ਜਾਈਏ, ਇਹਨੂੰ ਦੱਸੀ ਜਾਈਏ ਨੇ, ਹਾਂ ਹਮ ਲਾਉਣੀ ਪੈਣੀ ਹੈ ਇਹਨੂੰ, ਕਿਉਂਕਿ ਇਹਨੇ ਕੋਈ ਸਟੱਡੀਜ਼ ਨਹੀਂ, ਮੈਨੂੰ ਲੱਗਦਾ ਇਹਨੂੰ ਕੋਈ ਕੈਨੇਡਾ ਦੇ ਬਾਰੇ ਕੁਛ ਨਹੀਂ ਪਤਾ ਹੈਗਾ। ਨਹੀਂ, ਮੈਂ ਹੁਣ ਆ ਪਿੱਛੇ ਇੱਕ ਪ੍ਰੋਗਰਾਮ ਚੱਲਦਾ ਨਾ ਪ੍ਰਾਈਮ ਏਸ਼ੀਆ ਵਾਲੇ, ਉਹ ਬਾਟ ਤੇ ਉਹ ਦੋਨੋਂ ਜਾਂਦੇ ਨੇ, ਉਹ ਬਹੁਤ ਦੱਸਦੇ ਨੇ, ਮੈਂ ਤਾਂ ਬਹੁਤ ਦੇਖਿਆ। ਆ ਕਹਿੰਦੇ ਤੁਹਾਡੇ ਕਿਊਬੈਕ ਵਾਲਿਆਂ ਨੇ ਵਿਦਰੋਹ ਕਰਤਾ ਸੀਗਾ ਥੋੜੇ ਸਾਲ ਪਹਿਲਾਂ, ਤੇ ਕਹਿੰਦੇ ਸੀ ਅੱਡ ਦੇਸ਼ ਬਣਾਉਣਾ। ਤੇ ਫਿਰ ਉੱਥੇ ਵੋਟਾਂ ਪਈਆਂ, ਉਹ ਹੋਈਆਂ, ਰੈਫਰੈਂਡਮ ਹੋਇਆ ਸੀਗਾ। ਤੇ ਫਿਰ ਉਹ ਕਹਿੰਦੇ ਰੈਫਰੈਂਡਮ 0.5 ਸਿਰਫ ਉਹਦੇ ਤੋਂ ਡਿਵੀਜ਼ਨ ਆਈ ਸੀਗੀ, ਸਿਰਫ 0.5 ਦੀ ਡਿਵੀਜ਼ਨ। ਅੱਛਾ, ਤੇ ਮਤਲਬ 49.5 ਕਹਿੰਦੇ ਸੀਗੇ ਅਸੀਂ ਮਤਲਬ ਅੱਡ ਕਰਨਾ, 50.5 ਕਹਿੰਦੇ ਸੀ ਅਸੀਂ ਇੱਕ ਰੱਖਣਾ। ਤਾਂ ਸਿਰਫ 0.5 ਦੀ ਡਿਵੀਜ਼ਨ ਕਰਕੇ ਕਹਿੰਦੇ ਨਹੀਂ, ਕਹਿੰਦੇ ਤੁਹਾਨੂੰ ਵੀਜ਼ਾ ਲੈਣਾ ਪਿਆ ਕਰਨਾ ਸੀ। ਕਹਿੰਦੇ ਨਿਆਗਰਾ ਫਾਲ ਦੇ ਕੋਲੇ ਆ ਕਿਤੇ ਪਰਲੇ ਪਾਸੇ।
ਨਹੀਂ ਉੱਪਰਲੀ ਸਾਈਡ ਆ, ਓਟਵਾ ਤੋਂ ਅੱਗੇ ਜਾ ਕੇ ਓਨਟਾਰੀਓ। ਹਾਂ ਓਟਵਾ ਤੋਂ ਦੱਸਦੇ ਸੀ, ਓਟਵਾ ਤੋਂ ਕਹਿੰਦੇ ਸੀ ਐਂ ਦਿਖਾਉਂਦੇ ਸੀ ਰਾਜਧਾਨੀ ਤੋਂ, ਕਹਿੰਦੇ ਉਹ ਪਰਲੇ ਪਾਸੇ ਜਾਣ ਨੂੰ ਕਹਿੰਦੇ ਆਪਾਂ ਨੂੰ ਵੀਜ਼ਾ ਲੈਣਾ ਪੈਣਾ ਜਿਵੇਂ ਅਮਰੀਕਾ 'ਚ ਲੱਗਦਾ, ਪਰ ਕਹਿੰਦੇ ਲੋਕਾਂ ਨੇ ਭਾਈ ਐਂ ਕਰ ਕਰਕੇ 0.5 ਹਜੇ ਵੀ ਅੜਦੇ ਨੇ ਉੱਥੇ। ਫ੍ਰੈਂਚ ਬਹੁਤ ਚੱਲਦੀ ਆ, ਤੇ ਜਿਵੇਂ ਹੁਣ ਅਸੀਂ ਸਾਡੇ ਵਰਗੇ ਉੱਥੇ ਚਲੇ ਜਾਂਦੇ ਆ ਕਿਤੇ, ਤਾਂ ਮੋਸਟਲੀ ਲੋਕ ਜੇ ਫ੍ਰੈਂਚ ਨਹੀਂ ਆਉਂਦੀ ਤਾਂ ਇੱਦਾਂ ਔਡ ਜਿਹਾ ਫੀਲ ਹੁੰਦਾ। ਇੰਗਲਿਸ਼ ਬਹੁਤ ਘੱਟ ਬੋਲਦੇ ਲੋਕ, ਉਹ ਜਾਣ ਕੇ ਉਹਨਾਂ ਨੇ ਰੱਖਿਆ ਹੋਇਆ ਉਦਾਂ ਹੀ ਸੇਮ ਸਿਸਟਮ। ਸਾਡੇ ਆਫਿਸ 'ਚ ਵੀ ਹੁੰਦਾ ਇਹ, ਸਾਡੇ ਆਫਿਸ 'ਚ ਵੀ ਇੱਕ ਸਾਡਾ ਆਫਿਸ ਬਣਿਆ ਹੋਇਆ ਇੱਥੇ ਕੈਨੇਡਾ ਦਾ, ਤੇ ਉਧਰ ਫ੍ਰੈਂਚ ਵਾਲਿਆਂ ਨੇ ਰੌਲਾ ਪਾ ਲਿਆ ਵੀ ਸਾਡਾ ਵੀ ਸਿਮਿਲਰ ਬਣਾਓ ਨਾਲ ਦਾ, ਤੇ ਫਿਰ ਸਾਨੂੰ ਇੱਕ ਆਫਿਸ ਆਪਣਾ ਉੱਥੇ ਕੁਬੈਕ 'ਚ ਖੋਲ੍ਹਣਾ ਪਿਆ ਜਿਹਦੇ 'ਚ ਕਿ ਫ੍ਰੈਂਚ ਚੱਲਦੀ ਹੈ ਹਨਾ। ਤੇ ਉਹ ਅੜਦੇ ਨੇ ਹਰੇਕ ਚੀਜ਼ 'ਚ, ਕੋਈ ਵੀ ਤੁਸੀਂ ਜੇ ਇੰਗਲਿਸ਼ ਪ੍ਰੋਮੀਨੈਂਟ ਕਰ ਲਓ ਨਾ ਕਿਸੇ ਚੀਜ਼ 'ਚ ਤਾਂ ਉਹ ਲੋਕਾਂ ਨੂੰ ਬੁਰਾ ਲੱਗਦਾ, ਕਹਿੰਦੇ ਨੇ ਵੀ ਸਾਡਾ ਵੀ। ਕਿਉਂਕਿ ਪਹਿਲਾਂ ਜਦੋਂ ਕੈਨੇਡਾ 'ਚ ਸਟਾਰਟਿੰਗ 'ਚ ਆਏ ਨੇ ਤਾਂ ਬ੍ਰਿਟਿਸ਼ ਕਲੋਨੀਜ਼ ਆਈਆਂ ਤੇ ਫ੍ਰੈਂਚ ਕਲੋਨੀਜ਼ ਆਈਆਂ, ਤੇ ਇਹਨਾਂ ਦੇ ਆਪਸ 'ਚ ਆਪਦੀ ਜਗ੍ਹਾ ਤੇ ਕਬਜ਼ੇ ਕਰ ਲਏ। ਫਿਰ ਆਪਸ 'ਚ ਕਾਫੀ ਲੜਦੇ ਰਹੇ ਇੱਕ ਦੂਸਰੇ ਨਾਲ ਕਿ ਅਸੀਂ ਕਰਨਾ ਕਬਜ਼ਾ, ਅਸੀਂ ਕਰਨਾ। ਫਿਰ ਅਖੀਰ 'ਚ ਜਾ ਕੇ ਜਿਵੇਂ ਇਹਨਾਂ ਦੀ ਇੱਕ ਤਰ੍ਹਾਂ ਦਾ ਹੋਇਆ ਇਸ ਤਰ੍ਹਾਂ ਕਿ ਹੁਣ ਕੈਨੇਡਾ ਐਗਰੀਮੈਂਟ ਬਣਿਆ ਜੋ ਵੀ ਹੈਗਾ। ਤੇ ਪਰ ਭਾਵਾਂ ਦੀ ਕੈਨੇਡਾ ਡੇ ਕਹਿ ਲਓ, ਭਾਵਾਂ ਦੀ ਅਮਰੀਕਾ ਡੇ ਕਹਿ ਲਓ, ਇਹ ਜ਼ਮੀਨ ਤਾਂ ਦੇਖੋ ਖੋਈ ਹੋਈ ਉਹਨਾਂ ਤੋਂ ਹੀ ਹੈ ਜਿਹੜੇ ਇੱਥੇ ਹੁੰਦੇ ਨੇ, ਇਹਦੇ ਜਿਹੜੇ ਪੁਰਾਣੇ ਲੋਕ ਇੱਥੇ ਰਹਿੰਦੇ ਹੁੰਦੇ ਸੀਗੇ, ਕੀ ਕਹਿੰਦੇ ਹੁੰਦੇ ਸੀ ਆਪਾਂ ਉਹਨਾਂ ਨੂੰ, ਐਬੋਰੀਜਨਲਸ ਤੋਂ ਖੋਈ ਹੋਈ ਇਹਨਾਂ ਨੇ ਜ਼ਮੀਨਾਂ, ਤਾਂ ਉਹਨਾਂ ਤੋਂ ਖੋ ਕੇ ਹੀ ਉਹਦੇ ਫਿਰ ਆਪਣੇ ਆਪਣੇ ਕੰਟਰੀ ਬਣਾ ਲਿਆ, ਅਮਰੀਕਾ ਬਣਾ ਲਿਆ ਤੇ ਕੈਨੇਡਾ ਬਣਾ ਲਿਆ। ਤੇ ਐਬੋਰੀਜਨਲ ਨੇ ਵੀ ਕਿਸੇ ਤੋਂ ਲਈ ਹੋਣੀ ਆ ਪਹਿਲਾਂ, ਮਤਲਬ ਕਿਤੇ ਨਾ ਕਿਤੇ ਇਹ ਜ਼ਮੀਨ ਜ਼ਿਆਦਾਤਰ ਤਾਂ ਕਿਸੇ ਦੀਆਂ ਹੁੰਦੀਆਂ ਨਹੀਂ ਹੈਗੀਆਂ। ਇਹ ਜੇ ਅਰਥ ਨਾਮ ਦੀ ਕੋਈ ਚੀਜ਼ ਹੈ, ਉਹਦੀ ਵੀ ਜੇ ਕੋਈ ਕੌਨਸ਼ੀਅਸ ਹੁੰਦੀ ਹੋਗੀ, ਸੋਚਦੀ ਹੋਗੀ ਕਿ ਇਹ ਹਿਊਮਨਸ ਡਰਾਮਾ ਕਰੀ ਜਾਂਦੇ ਨੇ ਨਾ, ਕੈਨੇਡਾ ਡੇ, ਅਮਰੀਕਾ ਡੇ, ਉਧਰ ਇੰਡੀਆ ਇੰਡੀਪੈਂਡੈਂਸ ਡੇ, ਹਰੇਕ ਕੰਟਰੀ ਆਪਣਾ ਆਪਣਾ ਬਣਾਈ ਜਾਂਦਾ। ਇਹ ਤਾਂ ਆਪਾਂ ਹਿਊਮਨਸ ਨੇ ਪੂਰੀ ਧਰਤੀ ਨੂੰ ਡਿਵਾਈਡ ਕੀਤਾ ਹੋਇਆ ਇੱਕ ਤਰੀਕੇ ਦਾ, ਰੂਲਸ ਐਂਡ ਰੈਗੂਲੇਸ਼ਨ ਜੇ ਬਣਾਉਣ ਪਿੱਛੇ ਵੀ ਆਹ ਤੇਰੀ ਜਗ੍ਹਾ ਹੈ ਮੇਰੀ ਜਗ੍ਹਾ, ਇੱਕ ਦੂਜੇ ਨਾਲ ਲੜੀ ਨਾ ਜਾਈਏ, ਕੰਟਰੀ ਬਣ ਗਈ ਉਸ ਗੱਲ ਪਿੱਛੇ। ਤੇ ਪਰ ਮੈਨੂੰ ਕੈਨੇਡਾ 'ਚ ਨਾ ਜਿਵੇਂ ਆਪਣੇ ਇੰਡੀਆ 'ਚ ਦੇਸ਼ ਭਗਤੀ ਜੀ ਹੁੰਦੀ ਹੈ ਨਾ, ਇੱਦਾਂ ਇੱਥੇ ਦੇ ਲੋਕਾਂ 'ਚ ਮੈਨੂੰ ਦੇਸ਼ ਭਗਤੀ ਜੀ ਨਹੀਂ ਦਿਖਦੀ ਹੈਗੀ। ਮਤਲਬ ਇਨ ਅ ਸੈਂਸ ਕਿ ਨਹੀਂ ਦਿਖਦੀ ਹੈਗੀ, ਉਹ ਦਿਖਾਵੇ ਵਾਲੀ ਦੇਸ਼ ਭਗਤੀ ਜੀ ਨਹੀਂ ਹੈਗੀ। ਵੈਸੇ ਤਾਂ ਦੇਖੋ ਕੈਨੇਡਾ ਵਾਲੇ ਮੰਨਦੇ ਬਹੁਤ ਨੇ ਰੂਲਸ ਰੈਗੂਲੇਸ਼ਨਸ ਨੂੰ, ਜੋ ਇੱਥੇ ਦੀ ਗੌਰਮੈਂਟ ਨੇ ਰੂਲਸ ਰੈਗੂਲੇਸ਼ਨ ਕੱਢ ਤੇ ਜਾਂ ਕਹਿ ਤੇ ਉਹ ਪੱਥਰ ਦੀ ਲਕੀਰ ਹੋ ਜਾਂਦੇ ਨੇ ਫਿਰ ਵੀ। ਹਾਂ ਵੀ ਆਫਿਸਾਂ 'ਚ ਵੀ ਦੇਖਿਆ ਟਸ ਦੇ ਮਸ ਨਹੀਂ ਹੁੰਦੇ ਹੈਗੇ, ਵੀ ਰੂਲਾਂ 'ਤੇ ਬਹੁਤ ਚੱਲਣ ਵਾਲੇ ਪੱਕੇ ਲੋਕ ਨੇ ਇਹ, ਤੇ ਪ੍ਰਾਈਡ ਫੀਲ ਕਰਦੇ ਨੇ ਵੀ ਸਾਡੀ ਗੌਰਮੈਂਟ ਨੇ ਇਹ ਰੂਲ ਬਣਾਇਆ ਤਾਂ ਅਸੀਂ ਇਹਨੂੰ ਜ਼ਰੂਰ ਮੰਨਾਂਗੇ ਟਾਈਪ। ਪਰ ਉਹ ਨਾਰੇ ਲਾਉਣ ਵਾਲਾ ਕੰਮ ਨਹੀਂ ਹੈਗਾ ਜਿਵੇਂ ਆਪਣੇ ਇੰਡੀਆ 'ਚ ਨਾ, ਜੈ ਜਵਾਨ ਜੈ ਕਿਸਾਨ ਟਾਈਪ, ਤੇ ਉਹ ਟਾਈਪ ਦੀ ਚੀਜ਼ ਥੋੜੀ ਇੱਥੇ ਘੱਟ ਹੈ। ਮੈਂ ਇੱਕ ਚੀਜ਼ ਹੋਰ ਨੋਟ ਕਰਦੀ ਹੁੰਦੀ ਹਾਂ, ਮੈਂ ਨਾ ਕਲਾਸ 'ਚ ਕਰਵਾਉਣੀ ਹੁੰਦੀ ਹਾਂ, ਜਿਵੇਂ ਨੈਸ਼ਨਲ ਐਂਥਮ ਕੈਨੇਡਾ ਦਾ ਕਰਵਾਈ ਦਾ, ਤਾਂ ਬੱਚੇ ਨਾ ਉਹਨੂੰ ਬੜੇ ਫਨ ਵੇ ਨਾਲ ਲੈਣਗੇ। ਕੋਈ ਬੱਚੇ ਡਾਂਸ ਕਰੀ ਜਾਣਗੇ ਨਾਲ, ਹੈ ਨਾ, ਕੋਈ ਕੁਛ। ਮੈਂ ਉਹਨਾਂ ਨੂੰ ਫਿਰ ਨਾ ਚੰਗੀ ਤਰ੍ਹਾਂ ਮਤਲਬ ਕਈ ਵਾਰ ਕਹਿੰਦੀ, ਮੈਂ ਕਿਹਾ ਤੁਹਾਨੂੰ ਪਤਾ ਅਸੀਂ ਇੰਡੀਆ 'ਚ ਹਿੱਲਦੇ ਵੀ ਨਹੀਂ ਹੈਗੇ, ਅਸੀਂ ਆਏ ਸਿੱਧੇ ਖੜੇ ਹੁੰਦੇ ਆ। ਮੈਂ ਕਿਹਾ ਤੁਹਾਨੂੰ ਰਿਸਪੈਕਟ ਨਹੀਂ ਹੈਗੀ ਆਪਣੀ ਕੰਟਰੀ ਦੀ। ਫਿਰ ਉਹ ਥੋੜੇ ਜਿਹਾ ਏਦਾਂ ਹੋ ਜਾਂਦੇ ਨੇ, ਹੈ ਵੀ ਐਂ ਵੀ ਕਰਨਾ ਹੁੰਦਾ। ਤੇ ਮਤਲਬ ਕਿ ਉਹ ਬੜੇ ਰਿਲੈਕਸਿੰਗ ਮੂਡ ਜੇ ਚ ਕੈਨੇਡਾ ਜਿਹੜਾ ਨੈਸ਼ਨਲ ਐਂਥਮ, ਉਹ ਜਿਵੇਂ ਝੰਡੇ ਝੁੰਡੇ ਵੀ ਕੱਚਿਆਂ ਗੁੱਛਿਆਂ ਦੇ ਝੰਡੇ ਬਣਾਈ ਫਿਰਦੇ ਹੁੰਦੇ ਨੇ ਤੇ ਪਾਏ ਹੁੰਦੇ ਨੇ, ਨਿੱਕਰਾਂ ਨੁੱਕਰਾਂ ਦੇ ਪਾ ਲੈਂਦੇ ਨੇ। ਆਪਣੇ ਇੰਡੀਆ ਤਾਂ ਨਹੀਂ ਕਰ ਸਕਦਾ ਕੋਈ ਏਦਾਂ। ਤੇ ਥੋੜੇ ਜਿਹੇ ਲਿਬਰਲ ਮਾਈਂਡਡ ਜੇ ਹੁੰਦੇ ਨੇ ਵੀ, ਇਹ ਵੀ ਫਨ ਫੈਕਟਰ ਜਿਹਾ ਹੁੰਦਾ ਹੈ ਵੀ ਚਲੋ ਠੀਕ ਹੈ, ਵਧੀਆ ਕੰਟਰੀ ਹੈ, ਵੀ ਬੰਦਿਆਂ ਕਰਕੇ ਕੰਟਰੀ ਹੈ। ਜਿਹੜੇ ਆਹ ਸਿੰਬਲਸ ਹੁੰਦੇ ਨੇ, ਸਿੰਬਲਸ ਨੂੰ ਲੈ ਕੇ ਇੰਨਾ ਸੈਂਸਿਟਿਵ ਨਹੀਂ ਹੈਗੇ ਆਪਾਂ ਕਹਿ ਸਕਦੇ ਹਾਂ। ਹਾਂ, ਜਿਵੇਂ ਇੱਥੇ ਕੇਸ ਹੋਇਆ ਸੀਗਾ, ਜਿਵੇਂ ਕਿਸੇ ਨੇ ਕਹਿੰਦੇ ਕਿ ਕੋਈ ਅਸੀਂ ਨਹੀਂ ਖੜਨਾ, ਕੈਨੇਡਾ ਦਾ ਨੈਸ਼ਨਲ ਐਂਥਮ ਹੁੰਦਾ ਅਸੀਂ ਬੈਠ ਕੇ ਕਰਨਾ। ਉਹਨਾਂ ਨੇ ਫਿਰ ਲਾਅ ਪਾਸ ਕਰਨਾ ਪਿਆ, ਤੁਹਾਡੀ ਮਰਜ਼ੀ ਆ, ਜਿਵੇਂ ਮਰਜ਼ੀ ਗਾ ਲਓ, ਅਸੀਂ ਤਾਂ ਕੁਛ ਨਹੀਂ ਕਹਿੰਦੇ ਹੈਗੇ ਚਾਹੇ। ਹਾਂ, ਮਤਲਬ ਇਹ ਫਿਰ ਆਪਣਾ ਆਪਣਾ ਵੀ। ਕੋਈ ਬੱਚਾ ਤਾਂ ਬੜੇ ਜਿਹੜੇ ਥੋੜ੍ਹੇ ਜਿਹੇ ਮਿਲਟਰੀ ਜਾਂ ਕੁਛ ਇੱਦਾਂ ਦੇ ਜਿਨ੍ਹਾਂ ਦੇ ਪੇਰੈਂਟਸ ਦੱਸਦੇ ਨੇ ਕੁਛ, ਉਹ ਤਾਂ ਫਿਰ ਬੜੇ ਇੱਦਾਂ ਸੀਰੀਅਸ ਜਿਹੇ ਹੋ ਜਾਂਦੇ ਵੀ ਨਹੀਂ ਸਾਡਾ ਕੰਟਰੀ ਆ, ਵੀ ਅਸੀਂ ਐਂ ਹੀ ਗਾਣਾ ਚਾਹੀਦਾ ਸਾਨੂੰ। ਕਈ ਬੜੇ ਲੋਕ ਕਿਉਂ ਸਾਨੂੰ ਕੌਣ ਰੋਕਣ ਵਾਲਾ, ਅਸੀਂ ਜੇ ਮਰਜ਼ੀ ਕਰੀਏ, ਇੱਦਾਂ ਦੇ ਝੰਡੇ ਲੱਗੇ ਹੁੰਦੇ ਇੱਥੇ ਲੋਕਾਂ ਦੇ ਘਰ ਦੇ ਅੱਗੇ, ਕਈ ਲਾਉਂਦੇ ਨੇ ਜਿਹੜੇ ਦਿਖਾਉਂਦੇ ਨੇ ਫਿਰ ਆਪਣੀ ਦੇਸ਼ ਭਗਤੀ ਝੰਡੇ ਲਾ ਕੇ। ਤੇ ਤੁਸੀਂ ਦੂਜੇ ਆਪਦੇ ਕੰਟਰੀ ਦਾ ਵੀ ਲਾ ਸਕਦੇ ਹੋ। ਆਪਾਂ ਜੇ ਮੈਂ ਇੱਥੇ ਇੰਡੀਆ ਦਾ ਝੰਡਾ ਲਾ ਸਕਦੀ ਹਾਂ ਬਾਹਰ, ਪਰ ਤੁਹਾਨੂੰ ਨਾਲ ਕੈਨੇਡਾ ਦਾ ਝੰਡਾ ਲਾਉਣਾ ਪੈਣਾ। ਇਹ ਹੁੰਦਾ ਵੀ ਬਰਾਬਰ ਦਾ ਤੁਸੀਂ ਕੈਨੇਡਾ ਦਾ ਝੰਡਾ ਲਾ ਲਓ ਤੇ ਨਾਲ ਭਾਵੇਂ ਦੀ ਇੰਡੀਆ ਦਾ ਝੰਡਾ ਲਾ ਲਓ, ਤੁਹਾਨੂੰ ਕੋਈ ਮਨਾ ਨਹੀਂ ਕਰੂਗਾ। ਕੀ ਕਹਿਣ ਲੱਗਿਆ ਸੀ? ਮੈਂ ਕਹਿੰਦਾ ਸੀ, ਮੈਂ ਕਿਹਾ ਕਿ ਇੱਥੇ ਦੇਸ਼ ਭਗਤੀ ਨਹੀਂ, ਇੱਥੇ ਨੋਟ ਭਗਤੀ ਆ। ਕਿਉਂਕਿ ਇਹ ਸਾਰੇ ਮਾਈਗ੍ਰੈਂਟ ਸੀ ਨੇ ਰਲ ਕੇ ਇਹ ਬਣਾਇਆ ਹੈ,
ਚਾਹੇ ਉਹ ਗੋਰੇ ਵੀ ਤਾਂ ਮਾਈਗ੍ਰੈਂਟ ਹੀ ਨੇ, ਯੂਰਪ ਤੋਂ ਆਏ ਸੀਗੇ। ਤੇ ਬੰਦਾ ਨਿਕਲਿਆ ਕਿਉਂ ਸੀਗਾ? ਉਹ ਕੋਈ ਮੱਥਾ ਟੇਕਣ ਤਾਂ ਨਿਕਲਿਆ ਨਹੀਂ ਸੀ ਕਿਤੇ, ਕੋਈ ਮੈਂ ਪੀਰ ਦੇ ਚੱਲਿਆ ਕਿ ਮੈਂ ਮੱਥਾ ਟੇਕਣ ਚੱਲਿਆ, ਜਾਂ ਮੈਂ ਗੁਰੂ ਨਾਨਕ ਦੇਵ ਜੀ ਮੰਗੂ ਕਿ ਚਲੋ ਭਾਈ ਦੁਨੀਆ ਨੂੰ ਮਿਲ ਕੇ ਆਈਏ ਤੇ ਦੁਨੀਆ ਨਾਲ ਚੰਗੀਆਂ ਚੰਗੀਆਂ ਗੱਲਾਂ ਕਰੀਏ, ਹਨਾ। ਐਂ ਤਾਂ ਨਿਕਲੇ ਨਹੀਂ ਸੀਗੇ। ਤਾਂ ਨਿਕਲੇ ਤਾਂ ਇਹੀ ਸੀਗੇ ਕਿ ਯੂਰਪ 'ਚ ਰਿਕੁਆਇਰਮੈਂਟ ਸੀਗੀ, ਯੂਰਪ ਗਰੋ ਹੋ ਰਿਹਾ ਸੀਗਾ ਤੇ ਯੂਰਪ ਨੂੰ ਰॉ ਮਟੀਰੀਅਲ ਦੀ ਰਿਕੁਆਇਰਮੈਂਟ ਸੀਗੀ, ਸਸਤੇ ਲੇਬਰ ਦੀ ਰਿਕੁਆਇਰਮੈਂਟ ਸੀਗੀ। ਉਹਨਾਂ ਕੋਲੇ ਉੱਥੇ ਜ਼ਮੀਨ ਘੱਟ ਗਈ ਸੀ, ਪੋਪੂਲੇਸ਼ਨ ਵੱਧ ਰਹੀ ਸੀਗੀ ਤੇ ਫਿਰ ਇਹ ਉੱਥੋਂ ਕੰਪੀਟੀਸ਼ਨ, ਮਤਲਬ ਇੱਕ ਕੰਪੀਟੀਟਿਵ ਪੈਸਾ ਬਣਾਉਣ ਦੇ ਮਤਲਬ ਨਾਲ ਹੀ ਜਿਹੜਾ ਬੰਦਾ ਨਿਕਲਿਆ ਉਹੀ ਉੱਥੇ ਪਹੁੰਚਿਆ ਇਸ ਟਾਈਮ ਕੈਨੇਡਾ। ਤਾਂ ਲੈ ਦੇ ਕੇ ਐਂਡ ਦੇ ਵਿੱਚ ਜਿਹੜਾ ਧਰਮ ਆ ਉਹਨਾਂ ਦਾ, ਉਹ ਧਰਮ ਤਾਂ ਪੈਸਾ ਕਮਾਉਣਾ ਹੀ ਹੈ ਇੱਕ ਤਰੀਕੇ ਦਾ। ਮਾਈਗ੍ਰੈਂਟ ਜਿੱਥੇ ਵੀ, ਚਲੋ ਮੈਂ ਇੱਥੇ ਦਾ ਨਹੀਂ ਕਹਿਣਾ, ਬੰਬੇ ਵੀ ਇਹੀ ਚੀਜ਼ਾਂ ਨੇ, ਕਿਤੇ ਵੀ ਜਿਹੜਾ ਵੀ ਮੈਟਰੋਪੋਲੀਟਨ ਆ। ਤੇ ਫਿਰ ਉਹ ਲੋਕ ਹਰ ਉਹ ਕੰਮ ਕਰਨਗੇ ਜਿਹੜਾ ਪੈਸਾ ਕਮਾਉਣ 'ਚ ਉਹਨਾਂ ਨੂੰ ਫਾਇਦਾ ਦੇਵੇ, ਮਤਲਬ ਸਿਸਟਮ ਨੂੰ ਵੀ ਉਹਨੂੰ ਫੋਲੋ ਕਰਨਗੇ, ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਅਸੀਂ ਸਿਸਟਮ ਨੂੰ ਨਹੀਂ ਫੋਲੋ ਕਰਦੇ ਤਾਂ ਇਹ ਜਿਹੜਾ ਪੈਸਾ ਸਾਡਾ, ਜਿਹੜੀ ਪੈਸੇ ਦੀ ਮਤਲਬ ਜਿਹੜੀ ਪੈਸੇ ਕਮਾਉਣ ਦੀ ਜੋ ਪ੍ਰੋਸੈਸ ਆ ਉਹ 'ਚ ਅੜਚਨ ਆ ਉਹ। ਤੇ ਜਿਹੜੀ ਤੁਸੀਂ ਗੱਲ ਕੀਤੀ ਆ ਨਾ ਕਿ ਕਿਊਬੈਕ ਵਾਲੇ ਜਿਵੇਂ ਫ੍ਰੈਂਚ ਤੋਂ ਨਹੀਂ ਟਲ ਰਹੇ, ਉਹ ਫ੍ਰੈਂਚ ਅੜਦੇ ਨੇ, ਹਨਾ। ਤੇ ਕੋਈ ਲੋਕ ਧਰਮ ਨੂੰ ਵੀ ਲੈ ਕੇ ਅੜਦੇ ਨੇ, ਹੈ ਜਿਵੇਂ ਕੋਈ ਅੱਡ ਅੱਡ ਜ਼ੋਨ ਦੇ ਲੋਕ ਨੇ ਕ੍ਰਿਸਚੈਨਿਟੀ ਨੂੰ ਲੈ ਕੇ, ਕੋਈ ਮੁਸਲਿਮ ਆਪਣੇ ਮੁਸਲਿਮਪਨ ਨੂੰ ਲੈ ਕੇ ਅੜਦੇ ਨੇ। ਤੇ ਉੱਥੇ ਕਿਉਂਕਿ ਸਿੱਧਾ ਸਿੱਧਾ ਕੋਈ ਪੈਸੇ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ, ਉੱਥੇ ਉਹ ਅੜਨਗੇ ਜਿੱਥੇ ਉਹਨਾਂ ਨੂੰ ਲੱਗਦਾ ਕਿ ਹਾਂ ਮੇਰਾ ਪੈਸਾ ਤਾਂ ਉਵੇਂ ਬਣਦਾ ਰਹੂਗਾ, ਮੈਂ ਆਪਣੀ ਲੈਂਗੁਏਜ ਪਿੱਛੇ ਅੜਾਂ ਜ਼ਰੂਰ, ਠੀਕ ਆ। ਤਾਂ ਉਹ ਇਹ ਜਿਹੜੀ ਅੰਦਰੋਂ ਇੰਟਰਨਲ ਆ ਨਾ, ਇਹ ਇੰਟਰਨਲ ਤਾਂ ਹੁੰਦੀ ਆ ਕਿ ਲਾਈਕ ਮਾਈਂਡਡ ਲੋਕ ਜਿਹੜੇ ਇੱਕ ਫਿਲਾਸਫੀ 'ਚ ਬਿਲੀਵ ਕਰ ਰਹੇ ਨੇ, ਕਿੰਨੀ ਪੁਰਾਣੀ ਕਰ ਰਹੇ ਨੇ, ਉਹਨਾਂ ਦੇ ਵਿੱਚ ਇੱਕ ਟਾਈਪ ਦੀ ਨਾ ਯੂਨਿਟੀ ਹੁੰਦੀ ਹੈ ਆਪਣੀ ਉਸ ਆਇਡੈਂਟੀਟੀ ਨੂੰ ਲੈ ਕੇ। ਤੇ ਹੁਣ ਹੋਇਆ ਕੀ ਆ ਕਿ ਪੈਸਾ ਐਡਾ ਵੱਡੀ ਚੀਜ਼ ਬਣ ਗਈ ਕਿ ਲੋਕਾਂ ਨੇ ਨਾ ਕੰਟਰੀ ਐਜ਼ ਅ ਆਇਡੈਂਟੀਟੀ ਨਾਲ ਕੰਪਰੋਮਾਈਜ਼ ਕਰਨਾ ਈਜ਼ੀ ਸਮਝਿਆ। ਐਜ਼ ਅ ਕੰਟਰੀ ਨਾਲ ਅਸੀਂ ਆਇਡੈਂਟੀਟੀ 'ਚ ਕੰਪਰੋਮਾਈਜ਼ ਕਰ ਲਾਂਗੇ, ਕਿਉਂਕਿ ਐਜ਼ ਅ ਕੰਟਰੀ ਤੁਸੀਂ ਬਹੁਤ ਫਸ ਜਾਓਗੇ ਜੇ ਤੁਸੀਂ ਕੰਟਰੀ ਨੂੰ ਮਨੀ ਤੋਂ ਉੱਪਰ ਰੱਖ ਦੋਗੇ, ਦੇਸ਼ ਤੋਂ ਉੱਪਰ। ਤਾਂ ਤੁਸੀਂ ਆਉਣ ਵਾਲਾ ਟਾਈਮ ਜਿਹੜਾ ਹੈਗਾ, ਕਹਿੰਦੇ ਧਰਮ ਜਿਹੜਾ ਆਉਣ ਵਾਲਾ ਧਰਮ ਹੈ ਜਿਹਨੂੰ ਤੁਸੀਂ ਕਹਿ ਲਓ, ਦੈਟ ਇਜ਼ ਮਨੀ। ਮਤਲਬ ਜਿਹੜੀ ਆਉਣ ਵਾਲਾ ਕਿ ਆਲਮੋਸਟ ਹੈਗਾ ਹੀ ਹੈ ਇਸ ਟਾਈਮ 'ਤੇ ਵੀ, ਤੁਸੀਂ ਮੰਨ ਲਓ ਕਿ ਜਿਹੜੇ ਪੂਰੀ ਦੁਨੀਆ ਗਲੋਬਲ ਬਣ ਰਹੀ ਹੈ, ਜਿਹੜੀ ਗਲੋਬਲ ਦਾ ਇੱਕ ਸੈਂਟਰ ਪੁਆਇੰਟ ਕੀ ਹੈ? ਸੈਂਟਰ ਪੁਆਇੰਟ ਤਾਂ ਇਕੋਨਮੀ ਹੋਈ ਹੈ ਨਾ, ਇਕੋਨਮੀ ਮਨੀ ਡਰਿਵਨ ਹੈ ਨਾ ਸਾਰਾ ਕੁਛ। ਤੇ ਉਹਦੇ ਆਸ-ਪਾਸ ਹੀ ਸਾਰੇ ਕੰਟਰੀ ਹੁਣ ਜਿਹੜੀ ਟ੍ਰਾਂਜੈਕਸ਼ਨਸ ਬਿਜ਼ਨਸ ਹੋਣ ਲੱਗੇ, ਕ੍ਰਾਸ ਬਾਰਡਰ ਹੋਣ ਲੱਗੀਆਂ ਚੀਜ਼ਾਂ ਜਿਹੜੀਆਂ ਹਰੇਕ ਕੰਟਰੀ ਆਪਣੇ ਤੋਂ ਬਿਯੋਂਡ ਜਾ ਕੇ ਕਰਨ ਲੱਗ ਗਿਆ। ਤੇ ਉਹ ਹੈਗਾ ਹੀ ਸੈਂਟਰਲਾਈਜ਼ ਸਾਰਾ ਇਕੋਨਮੀ ਹੈ, ਮਨੀ ਹੈ। ਨਹੀਂ, ਜਿਵੇਂ ਮੈਂ ਕਹਿ ਰਿਹਾ ਸੀਗਾ ਕਿ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਟਰੇਡ ਕਰਨਾ ਪਿਆ, ਟਰੇਡ ਕਰਨ ਵਾਸਤੇ ਤੁਹਾਨੂੰ ਅੱਡ-ਅੱਡ ਦੇਸ਼ਾਂ 'ਚ ਜਾਣਾ ਪੈਂਦਾ, ਹਨਾ। ਤਾਂ ਤੁਸੀਂ ਆਪਣੇ ਫਿਜ਼ੀਕਲ ਜਿੱਥੇ ਬੈਠੇ ਹੋ ਤੁਸੀਂ ਉਸ ਤੋਂ ਉੱਤੇ ਉੱਠ ਜਾਂਦੇ ਹੋ, ਤੁਸੀਂ ਉਸ ਤੋਂ ਬਾਹਰ ਨਿਕਲ ਜਾਂਦੇ ਹੋ। ਪਰ ਜਿਹੜਾ ਧਰਮ ਆ ਤਾਂ ਜਿਹੜੀ ਲੈਂਗੁਏਜ ਆ, ਇਹ ਦੋਨੋਂ ਮੈਂਟਲ ਲੈਵਲ ਤੇ ਨੇ, ਫਿਜ਼ੀਕਲ ਲੈਵਲ ਤੇ ਨਹੀਂ ਹੈਗੀਆਂ। ਤਾਂ ਤੁਸੀਂ ਇਹਨਾਂ ਨੂੰ ਨਾਲ ਝੋਲੇ 'ਚ ਚੱਕੀ ਫਿਰਦੇ ਹੋ ਫਿਰ ਵੀ, ਆਪਣਾ ਲੈਂਗੁਏਜ ਦਾ ਪ੍ਰਾਈਡ ਤੇ ਆਪਣਾ ਧਰਮ ਦਾ ਪ੍ਰਾਈਡ, ਹਨਾ। ਤੇ ਹੁਣ ਤੁਹਾਡੇ ਕੋਲੇ ਲੈਂਡ ਦਾ ਪ੍ਰਾਈਡ ਨਹੀਂ ਹੈਗਾ, ਕਿਉਂਕਿ ਤੁਸੀਂ ਉੱਥੇ ਕਾਣੇ ਹੋ ਗਏ ਇੱਕ ਤਰੀਕੇ ਦੇ, ਕਹਿ ਲਓ ਜਿਹੜਾ ਬੰਦਾ। ਮਤਲਬ ਮੈਂ ਕਹਿ ਰਿਹਾ ਜੇ ਤੁਸੀਂ ਇੱਕ ਪ੍ਰਾਈਡ ਛੱਡ ਸਕਦੇ ਹੋ, ਤੁਸੀਂ ਦੂਜੇ ਦੋ ਵੀ ਛੱਡ ਸਕਦੇ ਹੋ। ਪਰ ਉਹਨਾਂ ਨੇ ਦੇਖਿਆ ਕਿ ਕਿੱਥੇ ਕੁ ਤੱਕ ਯਾਰ ਜ਼ਮੀਨ ਨਾਲ ਮਤਲਬ ਜ਼ਮੀਨ ਤਾਂ ਨਾਲ ਚੱਕੀ ਨਹੀਂ ਜਾ ਸਕਦੀ ਤੇ ਪੈਸਾ ਉੱਧਰ ਪਿਆ ਦੂਜੇ ਪਾਸੇ। ਤਾਂ ਮੈਂ ਇੱਥੋਂ ਐਜ਼ ਅ ਮੈਂ ਇਹਦਾ ਪ੍ਰਾਈਡ ਛੱਡਦਾ, ਨੇਸ਼ਨ ਦਾ ਪ੍ਰਾਈਡ ਛੱਡਦਾ, ਤੇ ਮੈਂ ਪਰ ਨਾਲ ਆਪਣੇ ਰਿਲੀਜਨ ਦਾ ਪ੍ਰਾਈਡ ਤੇ ਆਪਣੀ ਲੈਂਗੁਏਜ ਦਾ ਪ੍ਰਾਈਡ ਰੱਖੂੰਗਾ, ਤੇ ਦੇਸ਼ ਦੇ ਨਾਮ ਤੇ ਇੱਕ ਝੰਡਾ ਚੱਕ ਲੂੰਗਾ, ਤੇ ਉਹ ਝੰਡਾ ਲੈ ਕੇ ਪੂਰੀ ਦੁਨੀਆ 'ਚ ਤੁਰਿਆ ਫਿਰੂੰਗਾ ਤੇ ਕਹਿ ਦਿਆ ਕਰੂੰਗਾ ਕਿ ਨਾਰਾ ਲਾ ਦਿਆ ਕਰੂੰਗਾ, ਤੇ ਕਿ ਮੈਂ ਇੱਕ ਫੇਕ ਜਿਹਾ ਪ੍ਰਾਈਡ ਆ ਮੇਰੇ ਅੰਦਰ। ਤੇ ਇਹ ਜਿਹੜੀ ਚੀਜ਼ ਆ ਨਾ, ਲੈ ਦੇ ਕੇ ਦੇਖੋ ਇਮੋਸ਼ਨਲ ਜੇ ਤੁਸੀਂ ਦੇਖੋ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਤਾਂ ਹੁੰਦੀ ਆ ਪ੍ਰਾਈਡ। ਜੇ ਤੁਸੀਂ ਜਿੰਨੇ ਵੀ ਮਾਈਗ੍ਰੈਂਟਸ ਆਏ ਨੇ ਉਹਨਾਂ ਨੂੰ ਸ਼ਾਇਦ ਇਹ ਚੀਜ਼ਾਂ ਨਾ ਹੋਣ, ਪਰ ਨੇਟਿਵ ਹੋਊਗਾ ਨਾ, ਉਹ ਕੰਟਰੀ ਦਾ ਪ੍ਰਾਈਡ ਉੱਪਰ ਰੱਖੂਗਾ, ਪੈਸੇ ਦਾ ਤੇ ਲੈਂਗੁਏਜ ਨੂੰ ਸ਼ਾਇਦ ਉਹ ਛੱਡ ਵੀ ਦੇਵੇ, ਮਤਲਬ ਪੈਸੇ ਨੂੰ ਤਾਂ ਛੱਡ ਹੀ ਦਊਗਾ। ਇੱਥੇ ਮੋਸਟਲੀ ਇਮੀਗ੍ਰੈਂਟਸ ਹੁੰਦੇ ਨੇ ਨਾ। ਹੁਣ ਜਿਵੇਂ ਅਸੀਂ ਅੱਜ ਹਨਾ, ਅਸੀਂ ਆਪਣੇ ਘਰੇ ਬੈਠੇ ਆ, ਬਾਹਰ ਉਹ ਚੱਲੀ ਜਾ ਰਹੇ ਨੇ, ਫਾਇਰ ਵਰਕ ਹੋ ਰਿਹਾ ਜਾਂ ਡਾਊਨਟਾਊਨ 'ਚ ਲੋਕ ਇਕੱਠੇ ਹੋਏ ਹੋਣਗੇ, ਸੈਲੀਬ੍ਰੇਟ ਕਰ ਰਹੇ ਹੋਣਗੇ। ਹੁਣ ਮੈਨੂੰ ਵੀ ਇੱਦਾਂ ਨਹੀਂ ਫੀਲ ਹੋ ਰਿਹਾ ਕਿ ਮੈਂ ਕੁਝ ਮਿਸ ਕਰ ਰਹੀ। ਮੈਂ ਕਿਹਾ ਹਾਂ ਹੈਗਾ, ਕੈਨੇਡਾ ਦੇ ਮਨਾ ਰਹੇ ਨੇ ਲੋਕ, ਹਨਾ। ਮਤਲਬ ਮੈਂ ਆਪਣੇ ਆਪ ਨੂੰ ਅਨਕੌਂਸ਼ੀਅਸਲੀ ਕਾਊਂਟ ਫਿਰ ਵੀ ਨਹੀਂ ਕਰ ਰਹੀ ਹੈਗੀ
ਇਸ ਚੀਜ਼ ਦੇ ਵਿੱਚ। ਇਹੀ ਹੁਣ ਆਪਾਂ ਜੇ ਇੰਡੀਆ ਹੁੰਦੇ ਤਾਂ ਆਪਾਂ ਨੂੰ, ਮੈਨੂੰ ਯਾਦ ਹੈ ਆਪਾਂ 26 ਜਨਵਰੀ 'ਚ ਡੈਡੀ ਸਾਨੂੰ ਬਿਠਾਉਂਦੇ ਹੁੰਦੇ ਸੀ, TV ਔਨ ਕਰਕੇ, ਪਰੇਡ ਆਣੀ 26 ਜਨਵਰੀ ਦੀ ਪਰੇਡ ਆਣੀ ਆ ਜੀ, ਹੁਣ ਬੈਠੋ ਸਵੇਰੇ ਸਵੇਰੇ ਉੱਠ ਕੇ ਦੇਖੋ, ਆਪੇ ਸਾਰੇ ਆਪਾਂ ਸਿਰ ਸੁਰ ਨਹਾ ਕੇ ਬਹਿ ਤਿਆਰ ਹੋ ਜਾਂਦੇ ਹੁੰਦੇ ਸੀ, ਪਰੇਡ ਦੇਖਦੇ ਹੁੰਦੇ ਸੀ ਪੂਰੀ, ਹੈ ਨਾ। ਤੇ 15 ਅਗਸਤ ਦਾ ਭਾਸ਼ਣ ਸੁਣਦੇ ਹੁੰਦੇ ਆ, ਜਿਹੜੀ ਲਾਲ ਕਿਲੇ ਤੇ ਉਹ ਹੁੰਦਾ ਝੰਡਾ ਫਹਿਰਾਇਆ ਜਾਂਦਾ ਹੈ। ਕਿਤੇ ਨਾ ਕਿਤੇ ਕਨੈਕਟਿਡ ਆਪਾਂ ਹੁੰਦੇ ਆ, ਕਿਉਂਕਿ ਵੀ ਵਰ ਬੋਰਨ ਦੇਅਰ, ਤੇ ਅਸੀਂ ਉੱਥੇ ਰੇਜ਼ ਹੋਏ ਸੀਗੇ, ਤੇ ਇਹ ਉਹ ਕਨੈਕਸ਼ਨ ਇੱਥੇ ਨਹੀਂ ਹੈਗਾ। ਇੱਥੇ ਜਿਹੜੇ ਇੱਥੇ ਦੇ ਜਿਹੜੇ ਨੇਟਿਵ ਨੇ, ਅਬੋਰੀਜਨਲ ਨੇ, ਉਹ ਆਪਣਾ ਉਹ ਲੜਦੇ ਨੇ ਇਸ ਗੱਲ ਪਿੱਛੇ, ਇਸ ਲਈ ਸਾਨੂੰ ਕਈ ਰੂਲ ਬਣਾਏ ਜਾਂਦੇ ਸਕੂਲਾਂ 'ਚ, ਉਹਨਾਂ ਨੂੰ ਯਾਦ ਕੀਤਾ ਜਾਂਦਾ ਰੋਜ਼ ਵੀ ਇਹ ਸਾਡੀ ਲੈਂਡ ਆ, ਇਹ ਅਬੋਰੀਜਨਲਸ ਦੀ, ਨੇਟਿਵਸ ਦੀ ਲੈਂਡ ਆ। ਰੋਜ਼ ਇੱਕ ਰਿਪੀਟ, ਜਿਵੇਂ ਇੱਕ ਵੀਡੀਓ ਲਾਈ ਜਾਂਦੀ ਹੈ ਕਲਾਸਿਸ ਦੇ ਵਿੱਚ, ਕਿ ਬੱਚਿਆਂ ਨੂੰ ਪਤਾ ਲੱਗੇ ਵੀ ਇਹ ਕਿੰਨਾ ਦੀ ਲੈਂਡ ਆ, ਵੀ ਸੇ ਥੈਂਕਫੁਲ ਟੂ them, ਲਾਈਕ ਜੋ ਵੀ ਹੈਗਾ। ਸਾਡੇ ਵੀ ਜਦੋਂ ਪ੍ਰੈਜੈਂਟੇਸ਼ਨਾਂ ਹੁੰਦੀਆਂ ਨੇ ਆਫਿਸ 'ਚ, ਇਹ ਤਾਂ ਇੱਥੇ ਦੇ ਸੁਪਰੀਮ ਕੋਰਟ ਨੇ ਸਭ ਨੂੰ ਡਾਇਰੈਕਟਿਵ ਦਿੱਤਾ ਹੋਇਆ ਹੈ, ਭਾਵਾਂ ਦੀ ਕਾਰਪੋਰੇਟ ਵਰਡ ਹੋਵੇ ਜਾਂ ਜਿੱਥੇ ਮਰਜ਼ੀ ਹੋਵੇ, ਕਿ ਉਹਨਾਂ ਨੇ ਨਾ ਕੇਸ ਜਿੱਤਿਆ ਸੀਗਾ ਐਬੋਰੀਜਨਲਸ ਨੇ, ਕਿ ਸਾਡੇ ਤੇ ਬਹੁਤ ਮਾੜਾ ਹੋਇਆ, ਜੋ ਕਿ ਮੰਨਿਆ ਇੱਥੇ ਦੀ ਸਰਕਾਰ ਨੇ, ਮਾਫੀਆਂ ਵੀ ਮੰਗੀਆਂ ਨੇ ਉਸ ਤੋਂ ਬਾਅਦ, ਕਿ ਹਾਂ ਵੀ ਤੁਹਾਡੇ ਨਾਲ ਅਸੀਂ ਬਹੁਤ ਮਾੜੀ ਕੀਤੀ ਹੈ ਪੁਰਾਣੇ ਟਾਈਮ ਤੇ ਉਹਨਾਂ ਨੇ ਇਹ ਡਾਇਰੈਕਟਿਵ ਦਿੱਤਾ ਹੈ ਹੁਣ, ਕਿ ਇਹਨਾਂ ਨੂੰ ਐਬੋਰੀਜਨਲਸ ਨੂੰ ਹਰ ਜਗ੍ਹਾ ਯਾਦ ਕੀਤਾ ਜਾਵੇ, ਤੇ ਆਪਣੀ ਆਉਣ ਵਾਲੀ ਜਨਰੇਸ਼ਨ ਹੈ ਜਿਹੜੀ, ਜਾਂ ਜਨਰੇਸ਼ਨ ਜੋ ਬੜੀ ਹੋ ਰਹੀ ਹੈ, ਉਹਨਾਂ ਨੂੰ ਪਤਾ ਹੋਵੇ ਇਸ ਚੀਜ਼ ਦਾ, ਇਸ ਚੀਜ਼ ਬਾਰੇ ਐਟਲੀਸਟ ਉਹਨਾਂ ਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਵੀ ਅਸੀਂ ਕਿੱਥੋਂ, ਕਿਹਦੇ ਤੋਂ ਲਈਆਂ ਨੇ ਇਹ ਜ਼ਮੀਨ, ਕਿਹਦੇ ਤੋਂ ਖੋਈ ਹੈ, ਤੇ ਉਹਨਾਂ ਤੇ ਕੀ ਕੁਛ ਹੋਇਆ। ਇਸ ਕਰਕੇ ਉਹ ਤਾਂ ਸਕੂਲਾਂ 'ਚ ਤਾਂ ਚੱਲਦਾ ਹੀ ਚੱਲਦਾ ਹੈ, ਜਿਹੜੀ ਤੂੰ ਕਹਿੰਦੇ ਆ ਕਿ ਰੋਜ਼ ਅਨਾਊਂਸਮੈਂਟ ਹੁੰਦੀਆਂ ਨੇ, ਪਲੱਸ ਆਫਿਸਾਂ ਦੇ ਵਿੱਚ ਵੀ ਹੁੰਦੀਆਂ ਨੇ ਇਹ ਤਾਂ ਪ੍ਰਾਈਵੇਟ ਸੈਕਟਰ ਹੈ ਨਾਲੇ, ਦੇਖ ਲੈ, ਗਵਰਨਮੈਂਟ ਦਾ ਗਵਰਨਮੈਂਟ, ਪ੍ਰਾਈਵੇਟ ਸੈਕਟਰ 'ਚ ਵੀ ਹੁੰਦਾ ਹੈ ਕਿ ਹਰੇਕ ਪ੍ਰੈਜੈਂਟੇਸ਼ਨ ਤੋਂ ਪਹਿਲਾਂ ਇੱਕ ਸਟੇਟਮੈਂਟ ਜਾਰੀ ਕੀਤੀ ਜਾਂਦੀ ਹੈ 2 ਮਿੰਟਾਂ ਦੀ, ਜਿਹਦੇ 'ਚ ਕਿ ਉਹਨਾਂ ਬਾਰੇ ਬੋਲਿਆ ਜਾਂਦਾ ਹੈ, ਐਬੋਰੀਜਨਲਸ ਦੇ ਬਾਰੇ ਨਾ ਸਾਰਾ ਕੁਝ ਡਿਟੇਲ 'ਚ ਬੋਲਿਆ ਜਾਂਦਾ ਹੈ, ਫਿਰ ਉਸ ਤੋਂ ਬਾਅਦ ਅੱਗੇ ਗੱਲਬਾਤ ਸ਼ੁਰੂ ਹੁੰਦੀ ਹੈ। ਤੇ ਉਹ ਹੈਗਾ ਹੈ, ਤੇ ਪਰ ਐਬੋਰੀਜਨਲਸ ਤਾਂ ਕੋਈ ਕੈਨੇਡਾ ਡੇ 'ਚ ਕੰਟਰੀਬਿਊਟ ਨਹੀਂ ਕਰਦੇ ਹੋਣਗੇ, ਉਹਨਾਂ ਲਈ ਤਾਂ ਕੈਨੇਡਾ ਡੇ ਨਹੀਂ ਨਾ ਹੈਗਾ ਇਹ, ਉਹਨਾਂ ਦਾ ਤਾਂ ਐਬੋਰੀਜਨਲ ਤਾਂ ਪਹਿਲਾਂ ਹੀ ਤੋਂ ਹੀ ਸੀਗਾ, ਉਹਨਾਂ ਦਾ ਕੋਈ ਡੇ ਤਾਂ ਹੈ ਨਹੀਂ ਸਪੈਸ਼ਲ। ਉਹ ਤਾਂ ਨੇਚਰ ਨੂੰ, ਲੈਂਡ ਨੂੰ ਪੂਜਦੇ ਨੇ ਇੱਕ ਤਰ੍ਹਾਂ ਦੀ, ਉਹ ਬਹੁਤ ਪੂਜਦੇ ਨੇ, ਇੱਥੇ ਦੀਆਂ ਟਰੀਜ਼ ਨੂੰ, ਇੱਥੇ ਦੀ ਲੈਂਡ ਨੂੰ ਉਹ ਬਹੁਤ ਪੂਜਦੇ ਨੇ। ਪਰ ਇੰਨਾ ਕਦੇ ਕੈਨੇਡਾ ਨੇ ਉਹਨਾਂ ਨੂੰ, ਜਿਹੜੀ ਗਵਰਨਮੈਂਟ ਆ, ਜਿਵੇਂ ਉਹਨਾਂ ਨੂੰ ਚੁੱਪ ਕਰਾਉਣ ਵਾਸਤੇ ਉਹਨਾਂ ਨੂੰ ਬਹੁਤ ਡਿਸਕਾਊਂਟਸ ਦਿੰਦੇ ਨੇ, ਗੈਸ ਸਸਤੀ ਦੇ ਦਿੰਦੇ ਨੇ, ਹੋਰ ਵੀ ਜ਼ਮੀਨ ਵਗੈਰਾ ਸਸਤੀ ਉਹਨਾਂ ਨੂੰ, ਜੇ ਵੀ ਹੈ ਵੀ ਜਿੱਥੇ ਉਹਨਾਂ ਦਾ ਕਬਜ਼ਾ ਸੀ ਵੀ ਤੁਸੀਂ ਰਹੋ ਇੱਥੇ, ਅਸੀਂ ਤੁਹਾਡੇ ਤੋਂ ਪੈਸੇ ਨਹੀਂ ਲੈਂਦੇ, ਜਾਂ ਬਹੁਤ ਚੀਜ਼ਾਂ ਇਦਾਂ ਦੀਆਂ, ਜਿਵੇਂ ਆਪਾਂ ਨੂੰ ਫੌਜੀਆਂ ਨੂੰ ਮਿਲਦੀ ਹੁੰਦੀ ਸੀ ਇੰਡੀਆ 'ਚ, ਇੱਕਣ ਇੱਥੇ ਉਹਨਾਂ ਨੂੰ ਮਿਲਦੀ ਆ। ਹਾਂ ਉਹ ਇੰਨਾ ਕੁ ਕਰੀ ਜਾਂਦੀ ਹੈ ਗਵਰਨਮੈਂਟ ਵੀ, ਤੁਸੀਂ ਚੁੱਪ ਕਰਕੇ ਬੈਠੇ ਰਹੋ ਜੀ, ਰੌਲਾ ਨਾ ਪਾਓ ਜ਼ਿਆਦਾ। ਹਾਂ, ਨਸ਼ਾ ਵੀ ਸਸਤਾ ਦੇ ਦਿੰਦੇ ਨਾ, ਨਸ਼ਾ ਵੀ ਸਸਤਾ ਮਿਲਦਾ, ਪਤਾ। ਉਹ ਤਾਂ ਸਟ੍ਰੈਟਜੀ ਹੁੰਦੀ ਹੈ ਨਾ ਫਿਰ ਗਵਰਨਮੈਂਟ ਦੀ, ਉਹਨਾਂ ਨੇ ਹੁਣ ਇਹਨਾਂ ਨੂੰ ਚੁੱਪ ਕਰਾ ਕੇ ਬਿਠਾਣਾ ਹੈ। ਮੇਨ ਕੀ ਹੈ ਨਾ, ਮੇਨ ਤੁਸੀਂ ਦੇਖੋ ਇੰਡੀਆ ਵੀ ਨਾ ਬਹੁਤ ਸਾਰੇ ਰਾਜਿਆਂ ਦਾ ਇੱਕ ਸਮੂਹ ਸੀਗਾ, ਬਸ ਮਤਲਬ ਅਲੱਗ-ਅਲੱਗ ਮਰਾਠੀ ਬੈਠੇ ਸੀ ਉਧਰ ਥੱਲੇ, ਹੈ ਨਾ, ਕੋਈ ਇੱਧਰ ਲక్ష్ਮੀ ਬਾਈ ਬੈਠੀ ਸੀ, ਹੈ ਨਾ, ਇੱਧਰ ਮੁਗਲ ਸੀਗੇ, ਤੇ ਇਹ ਜਿਵੇਂ ਇਹ ਜਿਹੜੇ ਬ੍ਰਿਟਿਸ਼ ਲੋਕ ਸੀ ਨਾ, ਇਹਨਾਂ ਦਾ ਵੇ ਆਫ ਵਰਕਿੰਗ ਕੀ ਸੀਗਾ, ਇਹਨਾਂ ਨੇ ਹੌਲੀ ਹੌਲੀ ਟ੍ਰੇਡ ਤੋਂ ਸ਼ੁਰੂ ਕੀਤਾ, ਹਰ ਦੇਸ਼ 'ਚ ਜਾ ਕੇ ਹੌਲੀ ਹੌਲੀ ਆਪਣੇ ਵਾਰਫੇਅਰ ਦਾ, ਇਹਨਾਂ ਨੂੰ ਪਹਿਲਾਂ ਤਾਂ ਅਸੀਂ ਆਪਸ 'ਚ ਲੜਦੇ ਸੀ, ਫ੍ਰੈਂਚ ਬ੍ਰਿਟਿਸ਼ ਸਭ ਲੜੀ ਜਾਂਦੇ ਸੀ ਆਪਸ ਦੇ ਵਿੱਚ, ਰੋਮ ਵਾਲੇ, ਤੇ ਇਹਨਾਂ ਨੂੰ ਨਾ ਲੜ ਕੇ ਨਾ ਇਹਨਾਂ ਦੇ ਅੰਦਰ ਆਰਟ ਆ ਗਈ ਸੀ ਕਿ ਲੜਾਈ ਤੇ ਕੂਟਨੀਤੀ ਦੋਨੋਂ ਚੀਜ਼ਾਂ ਦੀ, ਲੜਦੇ ਵੀ ਸੀ ਤੇ ਜੁੜਦੇ ਵੀ ਸੀ। ਮਤਲਬ ਜੇ 3 ਜਾਣੇ ਨੇ ਤਾਂ 2 ਇਕੱਠੇ ਹੋ ਜਾਣਗੇ ਤੀਸਰੇ ਨੂੰ ਹਰਾਉਣ ਵਾਸਤੇ। ਤਾਂ ਇਹਨਾਂ ਅੰਦਰ ਨਾ ਇੱਕ ਜੋ ਇੱਕ ਐਨੀਮਲ ਇੰਸਟਿੰਕਟ ਆ, ਇਹ ਲੜਾਈ ਨਾਲ ਹੀ ਆਉਂਦਾ, ਇਹ ਇਕੱਠੇ ਹੋਣਾ ਵੀ ਲੜਾਈ ਨਾਲ ਹੀ ਆਉਂਦਾ। ਤੁਹਾਨੂੰ ਪਤਾ ਜੇ ਅਸੀਂ 2 ਜਾਣੇ ਇਕੱਠੇ ਨਹੀਂ ਹੋਵਾਂਗੇ ਤਾਂ ਦੂਸਰਾ ਸਾਨੂੰ ਖਾ ਜਾਊਗਾ, ਹਾਂ, ਦੂਸਰਾ ਸਾਨੂੰ ਖਾ ਜਾਊਗਾ। ਤਾਂ ਹੁਣ ਅੱਜ ਤੁਸੀਂ ਦੇਖੋ ਇਹੀ ਚੀਜ਼ ਵੱਡੀ ਕੰਪਨੀਆਂ 'ਚ ਆਈ, ਵੋਡਾਫੋਨ, ਆਈਡੀਆ ਇਕੱਠੇ ਹੋ ਗਏ, ਹਨਾ, ਜਿਵੇਂ ਸਪਾਈਸ ਦੂਸਰੇ ਨੇ ਖਰੀਦ ਲਿਆ, ਫਲਾਨੀ ਕੰਪਨੀ ਫਲਾਨਾ ਲੈ ਲੈਂਦਾ, ਹਨਾ, ਰਲ ਕੇ ਚੱਲਦੇ ਨੇ ਇਹ ਲੋਕ, ਨਾਲੇ ਕੰਪੀਟੀਸ਼ਨ ਵੀ ਕਰਦੇ ਨੇ, ਨਾਲੇ ਫਿਰ ਰਲ ਵੀ ਜਾਂਦੇ ਨੇ। ਤੇ ਇਹ ਜਿਹੜੀ ਸਿਸਟਮ ਆ ਨਾ, ਇਹ ਜੇ ਤੁਸੀਂ ਕੋਈ ਵੀ ਕੰਟਰੀ ਕੱਢ ਲਓ ਅੱਜ ਦੀ ਡੇਟ 'ਚ, ਮੈਂ ਤਾਂ ਦੇਖਿਆ ਨਾ, ਇੰਡੀਆ ਕੱਢ ਲਓ ਤੁਸੀਂ, ਇਹਨਾਂ ਨੇ ਸਾਰੇ ਕਿਤੇ ਆਹੀ ਯੂਜ਼ ਕੀਤਾ। ਤੇ ਇਹਨਾਂ ਇਹਨੂੰ ਫਿਰ ਨਾ ਆਪਣੇ ਤਰੀਕੇ ਨਾਲ ਨਾ ਅਲਾਇੰਸ ਵੀ ਕਰਦੇ ਨੇ, ਜਿਵੇਂ ਤੁਹਾਡੇ ਉੱਤੇ ਫ੍ਰੈਂਚ ਤੇ ਉਹਦਾ ਅਲਾਇੰਸ ਹੋਇਆ ਹੈ, ਪਰ ਇਹ ਨਾ ਡੇ ਤਾਂ ਰੱਖਦੇ ਨੇ, ਕਦੀ ਭੁੱਲਣ ਨਹੀਂ ਦੇਣਾ ਚਾਹੁੰਦੇ, ਦੋਨੇ ਚੀਜ਼ਾਂ ਰੱਖਣਾ ਚਾਹੁੰਦੇ ਨੇ। ਇਹ ਤੁਹਾਡੇ 'ਚ ਜਿੰਨੇ ਵੀ ਡਿਵਾਈਡਸ ਨੇ ਨਾ, ਮਤਲਬ ਹੁਣ ਆਪਣੇ ਪੰਜਾਬੀ ਲੋਕਾਂ 'ਚ ਅਸੀਂ ਪੰਜਾਬੀ ਆ, ਜਾਂ ਹਨਾ ਆਪਾਂ ਆਪਣੀ ਲੈਂਗੁਏਜ ਨੂੰ ਲੈ ਕੇ ਆ, ਇਹ ਨਾ ਕਦੀ ਵੀ ਡਿਵਾਈਡ ਨੂੰ ਨਾ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਜਿਹੜਾ ਤੁਹਾਡੇ ਓਬਰੀਜਨ ਡੇ ਵੀ ਬਣਾਇਆ ਜਾ ਰਿਹਾ, ਉਹ ਵੀ ਇਹ ਡਿਵਾਈਡ ਆ, ਤਾਂ ਉਸ ਡਿਵਾਈਡ ਨੂੰ ਨਾ ਕਾਇਮ ਰੱਖਣਗੇ, ਉਹਨਾਂ ਦਾ ਦਿਨ ਬਣਾਉਣਗੇ, ਤੁਹਾਡਾ ਵੀ ਦਿਨ ਬਣਾ ਦੇਣਗੇ।
ਉਹ ਦੋਨਾਂ ਨੂੰ ਉਹਨਾਂ ਦੀ ਆਇਡੈਂਟੀਟੀ ਤੋਂ ਬਾਹਰ ਨਹੀਂ ਨਿਕਲਣ ਦੇਣਗੇ, ਕਿਉਂਕਿ ਉਹ ਆਇਡੈਂਟੀਟੀ ਹੀ ਇਹੋ ਜਿਹੀ ਚੀਜ਼ ਆ, ਮੈਂਟਲ ਆਇਡੈਂਟੀਟੀ, ਜਿਹੜੀ ਤੁਹਾਡੇ ਚ ਡਿਵੀਜ਼ਨ ਲੈ ਕੇ ਆਊਗੀ ਹਮੇਸ਼ਾ। ਉਹ ਜਿਸ ਦਿਨ ਉਹਨਾਂ ਨੇ ਉਹ ਚੱਕਣਾ ਨਾ, ਕੰਟਰੋਲ ਕਰਨਾ ਈਜ਼ੀ ਹੋ ਜਾਂਦਾ ਨਾ ਫਿਰ ਡਿਵਾਈਡ ਕਰਕੇ। ਜਿਸ ਦਿਨ ਵੀ ਉਹਨਾਂ ਨੇ ਯੂਜ਼ ਕਰਨਾ ਨਾ, ਉਹਨਾਂ ਨੇ ਉਹ ਜਿਹੜੀ ਡਿਵੀਜ਼ਨਸ ਨੇ ਨਾ, ਉੱਥੇ ਉਹਨਾਂ ਨੂੰ ਪਤਾ ਕ੍ਰੈਕ ਆ। ਉਹ ਜਦੋਂ ਲੱਗਿਆ ਕਿ ਯੂਨਾਈਟਿਡ ਹੋ ਗਏ, ਸਾਡੇ ਅਗੇਂਸਟ ਆ ਰਹੇ ਨੇ, ਇਹ ਤਾਂ ਇੱਕ ਧੜਾ ਬਣ ਰਿਹਾ, ਸਾਡੇ ਅਗੇਂਸਟ ਹੀ ਨਾ ਖੜਾ ਹੋ ਜਾਵੇ ਕੱਲ ਨੂੰ, ਉਹਨਾਂ ਨੇ ਉਸੇ ਕ੍ਰੈਕ ਤੋਂ ਹੀ ਤੋੜਨਾ ਦੁਬਾਰਾ ਤੋਂ। ਤਾਂ ਇਹ ਜਿੰਨੇ ਵੀ ਡੇਜ਼ ਬਣਾਉਂਦੇ ਨੇ, ਜਿੰਨੇ ਵੀ ਇਹ ਚੀਜ਼ਾਂ ਬਣਾਉਂਦੇ ਨੇ, ਇਹ ਸਿਰਫ ਸੋਲਿਊਸ਼ਨ ਕੱਢ ਰਹੇ ਨੇ, ਜਿਸ ਦਾ ਸੋਲਿਊਸ਼ਨ ਕਿਸ ਦਾ, ਕਿ ਅਸੀਂ ਜਿਹੜੀ ਟੌਪ ਉੱਪਰ ਬੈਠੇ ਆ ਨਾ, ਸਾਡੇ ਤੱਕ ਰਿਸੋਰਸਿਸ ਆਉਂਦੇ ਰਹਿਣ ਤੇ ਸਮੂਥ ਸਾਨੂੰ ਲੜਾਈ ਝਗੜਾ ਨਾ ਕਰਨਾ ਪਵੇ। ਪਰ ਜਿਸ ਦਿਨ ਤੁਸੀਂ ਉਸ ਸਿਸਟਮ ਨੂੰ ਚੈਲੰਜ ਕਰੋਗੇ, ਉਸ ਦਿਨ ਅਸਲੀ ਰੂਪ ਨਿਕਲ ਕੇ ਆਉਂਦਾ ਮੂਰੇ ਹੈਗੇ ਕੀ ਅਸੀਂ। ਅੱਛਾ, ਇੱਕ ਹੋਰ ਚੀਜ਼ ਮੈਂ ਹੋਰ ਐਡ ਕਰਨਾ ਚਾਹੂੰਗੀ, ਆਲਮੋਸਟ ਆਪਣਾ ਐਂਡ ਹੀ ਹੋ ਰਿਹਾ, ਕਿ ਇੱਕ ਆਪਾਂ ਦੱਸਣਾ ਭੁੱਲ ਗਏ ਕਿ ਜਿਹੜਾ ਕੈਨੇਡਾ ਹੈਗਾ, ਇੱਥੇ ਮੋਨਾਰਕੀ ਆ, ਇੱਥੇ ਕੁਈਨ ਦਾ ਰਾਜ ਸੀਗਾ, ਚਲੋ ਹੁਣ ਕਿੰਗ ਚਾਰਲਸ ਆ ਗਿਆ, ਪਰ ਇਹ ਹਜੇ ਤੱਕ ਵੀ ਚੱਲਦਾ, ਕੈਨੇਡਾ ਸਾਰਾ ਉਹਨਾਂ ਦੇ ਅੰਡਰ ਆ, ਲੇਕਿਨ US ਨਹੀਂ ਹੈਗਾ, US ਆਪਣਾ ਇੰਡੀਪੈਂਡੈਂਟ ਆ, ਉੱਥੇ ਪ੍ਰੈਜ਼ੀਡੈਂਟ ਆ ਜੋ ਵੀ ਹੈ। ਤੇ ਇਹ ਵੀ ਇੱਥੇ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈਗਾ ਆਪਣਾ ਕੈਨੇਡਾ ਦਾ, ਉਹ ਬੇਸਿਕਲੀ ਹਜੇ ਵੀ ਉਹਨਾਂ ਨੂੰ ਰਾਜੇ ਨੂੰ ਰਿਪੋਰਟ ਕਰਦਾ, ਇਨ ਅ ਸੈਂਸ ਰਿਪੋਰਟ ਕਰਨਾ। ਹਾਂ, ਵੀ ਉੱਥੋਂ ਕੋਈ ਵੀ ਇੱਥੇ ਪਾਲਿਸੀ ਇੰਪਲੀਮੈਂਟ ਹੁੰਦੀ ਹੈ ਜਾਂ ਕੁਝ ਵੀ ਹੁੰਦਾ ਹੈ, ਉੱਥੋਂ ਹੀ ਪਾਸ ਹੁੰਦਾ ਹੈ। ਮੈਂ ਨਾ ਇੱਕ ਥੋੜਾ ਜਿਹਾ ਐਡ ਕਰਦਾ, ਆਪਾਂ ਬਹੁਤ ਸਾਰੇ ਲੋਕ ਨਾ ਇਹ ਕਹਿੰਦੇ ਹੁੰਦੇ ਨੇ ਕਿ ਆਪਣੇ ਇੱਥੇ MP MLA ਨੇ, ਇਹਨਾਂ ਕੋਲ ਕਿੰਨੀ ਸਿਕਿਉਰਿਟੀ ਆ, ਅਮਰੀਕਾ ਉੱਥੇ ਕੈਨੇਡਾ ਵਾਲੇ ਤਾਂ ਉਹੀ ਤੁਰੇ ਫਿਰਦੇ ਨੇ, ਹਨਾ। ਆਪਾਂ ਇਹੀ ਕਹਿੰਦੇ ਨੇ ਨਾ, ਉਹੀ ਇੱਥੇ ਕੋਈ ਸਿਕਿਉਰਿਟੀ ਨਹੀਂ ਹੈਗੀ, ਬੜਾ ਨਾਰਮਲ ਜਿਹਾ ਬੰਦਾ ਹੁੰਦਾ। ਤਾਂ ਇਹ ਐਕਚੁਅਲ ਚ ਕੀ ਆ ਨਾ, ਜਿਹੜੇ ਲੋਕਾਂ ਕੋਲ ਪਾਵਰ ਹੀ ਨਹੀਂ ਹੈਗੀ, ਉਹਨਾਂ ਨੂੰ ਸਿਕਿਉਰਿਟੀ ਦੇ ਕੇ ਵੀ ਕੀ ਕਰਨਾ। ਮਤਲਬ ਥ੍ਰੈਟ ਤਾਂ ਉਸੇ ਨੇ ਹੋਊਗਾ ਨਾ ਜਿਹਦੇ ਕੋਲ ਕੁਝ ਪਾਵਰ ਹੋਊਗੀ। ਦੇ ਆਰ ਟੂਥਲੈਸ, ਮਤਲਬ ਉਹਨਾਂ ਨੂੰ ਸਿਰਫ ਇੱਕ ਪਪੇਟਸ ਨੇ, ਜਿਹੜੇ ਲੋਕਾਂ ਨੂੰ ਸਿਰਫ ਦਿਖਾਉਣ ਵਾਸਤੇ ਨੇ ਕਿ ਤੁਹਾਡੇ ਉਰੇ ਡੈਮੋਕ੍ਰੇਸੀ ਆ, ਇਹ ਲੋਕ ਹੈਗੇ ਨੇ, ਤੁਸੀਂ ਸ਼ਿਕਾਇਤ ਇਹਨਾਂ ਨੂੰ ਕਰ ਸਕਦੇ ਹੋ। ਤੇ ਬਹੁਤ ਮਾਈਨਰ ਪਾਵਰ ਨੇ ਉਹਨਾਂ ਕੋਲ, ਜਿਹੜੀਆਂ ਬਹੁਤ ਥੱਲੇ ਮਿਊਨਿਸਪਲ, ਜਿਵੇਂ ਆਪਣੇ MCਆਂ ਕੋਲ ਹੁੰਦੀਆਂ ਨੇ ਛੋਟੀ ਮੋਟੀਆਂ ਪਾਵਰਸ। ਜਿਹੜੀਆਂ ਮੇਨ ਪਾਵਰਸ ਨੇ, ਉਹ ਪਾਵਰ ਹਾਊਸਿਸ ਨੇ, ਉਹ ਗਲੋਬਲ ਲੈਵਲ ਤੇ ਨੇ। ਇਹਨਾਂ ਦੇ ਤਾਂ ਬੰਦੇ ਮਤਲਬ ਯੂਰਪ ਜਾਂ UNO ਦੇ ਵਿੱਚ ਉੱਥੋਂ ਡਿਸਾਈਡ ਹੁੰਦਾ, ਵੈਸੇ ਵਰਲਡ ਵਾਈਡ ਸਾਰੇ ਡਿਸਾਈਡ ਉੱਥੋਂ ਹੁੰਦਾ। ਪਰ ਤੁਸੀਂ ਖੁਦ ਦੇਖੋ ਨਾ, ਜਿਸ ਬੰਦੇ ਕੋਲ ਇੰਨੀ ਪਾਵਰ ਹੋਵੇ ਰਿਸੋਰਸਿਸ ਦੇ ਉੱਤੇ, ਉਹਨੂੰ ਥ੍ਰੈਟ ਤਾਂ ਹੋਊਗਾ ਹੀ ਹੋਊਗਾ, ਕੰਪੀਟੀਟਿਵ ਵਰਲਡ ਆ। ਤਾਂ ਹੁਣ ਜੇ ਤੁਸੀਂ US ਦਾ ਪ੍ਰੈਜ਼ੀਡੈਂਟ ਕਹਿ ਰਹੇ ਹੋ, ਉਸਦੇ ਕੋਲ ਇੰਨੀ ਸਿਕਿਉਰਿਟੀ ਆ ਉਹਦੇ ਕੋਲ, ਹਨਾ, ਜਿਹੜਾ US ਦਾ ਪ੍ਰੈਜ਼ੀਡੈਂਟ ਆ, ਤਾਂ ਮਤਲਬ ਇਹ ਨਹੀਂ ਹੈਗਾ ਕਿ ਉੱਥੇ ਇਹ ਲੋਕਾਂ ਕੋਲ ਉਹ ਨਹੀਂ ਹੈਗੀ। ਆਪਾਂ ਇਹਨੂੰ ਐਜ਼ ਲੈ ਲੈਂਦੇ ਹਾਂ, ਆਪਾਂ ਇੰਡੀਆ ਦੇ ਲੋਕ ਕਹਿੰਦੇ ਆ ਕਿ ਦੇਖੋ ਸਾਡੇ MLA ਕਿਵੇਂ ਨੇ, ਉੱਥੇ ਦੇ MLA ਕਿਵੇਂ ਨੇ। ਇਹਦਾ ਮਤਲਬ ਇਹ ਹੈ ਕਿ ਆਪਣੇ ਜਿੱਥੇ ਬੰਦੇ ਕੋਲ ਸਿਕਿਉਰਿਟੀ ਜ਼ਿਆਦਾ ਹੋਊਗੀ, ਇੱਕ ਤਰੀਕੇ ਨਾਲ ਉਸ ਨੂੰ ਥ੍ਰੈਟ ਹੋਊਗਾ, ਕਿਉਂਕਿ ਉਸ ਨੂੰ ਕੰਪੀਟੀਸ਼ਨ ਹੋਊਗਾ ਤੇ ਉਸ ਦੇ ਉੱਤੇ ਡੇਂਜਰ ਹੋਊਗਾ। ਤਾਂ ਇਹ ਪਰ ਆਪਣੇ ਉਹ ਨੈਗੇਟਿਵ ਹੈਗਾ ਕਿ ਇੱਕ ਟੌਰ ਨੂੰ ਵੀ ਇੱਕ ਸੈਗਮੈਂਟ ਆ ਗਿਆ, ਪਰ ਮੈਂ ਉਸ ਐਂਗਲ ਤੋਂ ਨਹੀਂ ਕਹਿ ਰਿਹਾ। ਪਰ ਰੀਅਲੀ ਥ੍ਰੈਟ ਉਸੇ ਨੂੰ ਹੀ ਹੋਊਗਾ ਜਿਹਦੇ ਕੋਲ ਕੁਝ ਪਾਵਰ ਹੋਊਗੀ। ਇਹ ਹੁਣ ਕਹਿ ਨਹੀਂ ਸਕਦੇ ਆਪਾਂ, ਕਿਉਂਕਿ ਇੰਨਾ ਜ਼ਿਆਦਾ ਪੋਲੀਟਿਕਸ ਦੇ ਬਾਰੇ ਮੈਨੂੰ ਵੀ ਇੰਨੀ ਜਾਣਕਾਰੀ ਹੈ ਨਹੀਂ ਗੀ। ਮੇਬੀ ਆਪਾਂ ਕਿਸੇ ਐਪੀਸੋਡ 'ਚ ਲੈ ਕੇ ਆ ਸਕਦੇ ਹਾਂ ਇੱਕ ਵਾਰ ਉਹਨੂੰ ਸਟੱਡੀ ਕਰਕੇ ਕਿ ਕੀ ਪਾਵਰਸ ਹੁੰਦੀਆਂ ਨੇ, ਕੀ ਨਹੀਂ ਹੁੰਦੀਆਂ ਨੇ। ਬੇਸਿਕ ਪਾਵਰਸ ਤਾਂ ਹੋਣਗੀਆਂ, ਜਿਵੇਂ ਇੱਥੇ ਲੋਕਲ ਕੋਈ ਬਿਜ਼ਨਸ ਖੋਲ੍ਹਣਾ ਹੈ ਜਾਂ ਇੱਦਾਂ ਕੁਛ ਕਰਨਾ, ਉਹਨੂੰ ਅਪਰੂਵ ਕਰਨਾ ਹੈ, ਫਾਈਲਾਂ ਤੇ ਸਾਈਨ ਮਾਰਨੇ ਨੇ, ਹਨਾ, ਉਹ ਚੀਜ਼ਾਂ ਤਾਂ ਹੋਣਗੀਆਂ ਹੀ ਹੋਣਗੀਆਂ। ਉਹੀ ਕਹਿ ਰਿਹਾ ਨਾ, ਜਿਵੇਂ ਜਿਹੜੀ ਪਾਵਰਸ ਨੇ ਨਾ, ਉਹ ਜਿਹੜੀਆਂ MC ਦੀ ਛੋਟੇ ਸਕੇਲ ਦੀਆਂ, ਜਿਵੇਂ ਪੰਚਾਇਤ ਨੂੰ ਦੇ ਦਿੰਦੇ ਨੇ ਸਰਪੰਚਾਂ ਨੂੰ ਪਿੰਡ ਦੇ ਵਿੱਚ ਅੱਜ ਕੱਲ੍ਹ, ਤਾਂ ਇਹ ਉਸ ਟਾਈਪ ਦਾ ਹੀ ਆ ਕਿ ਜਿਹੜੇ ਬੇਸਿਕ ਜਿਹੜੇ ਵੱਡੇ ਲਾਜ਼ ਨੇ, ਜਿਹੜੇ ਨਹੀਂ ਆਏ ਤਾਂ ਨਹੀਂ ਮੋਂਜੀ, ਤਾਂ ਆਏ ਤਾਂ ਨਹੀਂ ਹੈ, ਆਏ ਨਹੀਂ। ਉਹ ਜਿਹੜੇ ਵੀ ਇੰਗਲੈਂਡ ਵਾਲੇ ਆਏ ਇੰਟਰਫੇਅਰ ਨਹੀਂ ਕਰਦੇ ਹੈਗੇ, ਉਹ ਸਿਰਫ ਟੈਕਸ ਦੇ ਵਿੱਚੋਂ ਹਿੱਸਾ ਲੈਂਦੇ ਨੇ, 2-3% ਜੋ ਮਨੀ ਜਾਂਦੀ ਹੈ ਮਨੀ ਨਾਲ। ਲੇਕਿਨ ਉਹ ਜਿਹੜੇ ਉੱਦਾਂ ਤਾਂ ਇਹ ਆਪ ਡਿਸਾਈਡ ਕਰਦੇ ਨੇ। ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਆ, ਉਹ ਪੂਰੀ ਪਾਵਰ ਆ। ਜਿਹੜਾ ਵੀ ਉੱਥੇ ਦਾ ਪ੍ਰੀਮੀਅਰ ਹੁੰਦਾ ਪ੍ਰੋਵਿੰਸ ਦਾ, ਉਹ ਪੂਰੇ ਰੂਲਸ ਇੱਥੇ ਸਾਡੇ MP ਹੁੰਦੇ ਨੇ, ਜਿਵੇਂ ਇੱਥੇ ਸਾਰੇ ਓਨਟਾਰੀਓ 'ਚ ਜਿੰਨੇ ਵੀ ਰੂਲਸ ਰੈਗੂਲੇਸ਼ਨਸ ਲੱਗਦੇ ਨੇ, ਉਹ ਇੱਥੇ ਬੜੇ ਧਰਨੇ ਇੱਥੇ ਵੀ ਹੁੰਦੇ ਨੇ, ਧਰਨੇ ਹੁੰਦੇ ਨੇ, ਉਹਦੇ ਅਗੇਂਸਟ ਬੋਲਦੇ ਨੇ। ਕਿਹੜਾ ਹੁੰਦਾ ਸੀ ਤੁਹਾਡਾ ਜਿਹੜਾ ਸਕੂਲ ਵਾਲੇ ਤੁਸੀਂ ਦੂਜੇ ਦਿਨ ਕਰਨ ਲੱਗ ਜਾਂਦੇ ਹੋ, ਉਹਦੇ ਅਗੇਂਸਟ ਆਪਣਾ ਇੱਥੇ ਦਾ ਡਗ ਫੋਰਡ ਦੇ ਅਗੇਂਸਟ ਕੋਈ ਵੀ ਰੂਲ ਚੇਂਜ ਕਰ ਸਕਦਾ ਪ੍ਰੋਵਿੰਸ ਦੇ ਵਿੱਚ, ਐਜੂਕੇਸ਼ਨ ਨੂੰ ਲੈ ਕੇ, ਹੈਲਥ ਸੈਕਟਰ ਨੂੰ ਲੈ ਕੇ। ਇੱਕ ਨਹੀਂ ਜਸਟਿਨ ਟਰੂਡੋ ਆ, ਉਹ ਪ੍ਰਾਈਮ ਮਿਨਿਸਟਰ ਆ, ਉਹ ਕੰਟਰੀ ਲਈ ਕੋਈ ਵੀ ਰੂਲ ਚੇਂਜ ਕਰਦਾ। ਇਮੀਗ੍ਰੈਂਟਸ ਦੇਖ ਲਓ, ਉਹਨੇ ਹੀ ਬੁਲਾਏ ਨੇ ਸਾਰੇ ਇੰਨੇ, ਉਹ ਕਿਉਂਕਿ ਬਹੁਤ ਇਮੀਗ੍ਰੇਸ਼ਨ ਨੂੰ ਅੱਗੇ ਚੱਕਦਾ ਕਿ ਹਾਂ ਇੱਥੇ ਆਉਣੇ ਚਾਹੀਦੇ ਨੇ। ਉਹਦੇ ਫਾਦਰ ਵੀ ਨੇ ਵੀ ਇਹੀ ਕੀਤਾ ਸੀਗਾ,
ਉਹਦੇ ਫਾਦਰ ਨੇ ਵੀ, ਇਹਨਾਂ ਦੀ ਫੈਮਿਲੀ ਜਿਵੇਂ ਜਿਹੜੀ ਲਿਬਰਲ ਆ, ਇਹ ਇਮੀਗ੍ਰੈਂਟਸ ਨੂੰ ਇਨਵਾਈਟ ਕਰਦੀ ਹੈ, ਤਾਂ ਹੀ ਆਪਣੇ ਲੋਕ ਇਹਨਾਂ ਨੂੰ ਜ਼ਿਆਦਾ ਵੋਟਾਂ ਪਾਉਂਦੇ ਨੇ। ਤੇ ਜਿਹੜੀ ਦੂਸਰੀ ਆ ਜਾਂਦੀ ਹੈ ਫਿਰ ਜਿਹੜੀ ਉਹ ਨਹੀਂ ਕਰਦੇ ਹੈਗੇ। ਤੇ ਇੱਕ ਨਹੀਂ ਜਿਹੜੀ ਆਪਣੀ ਮਿਊਨਿਸਪਲ ਗਵਰਨਮੈਂਟ ਆ, ਉਹ ਐਂ ਤਾਂ ਕਰਦੇ ਨੇ ਕੰਮ, ਤਾਂ ਇਹਨਾਂ ਨੂੰ ਪੇ ਮਿਲਦੀ ਆ। ਮੈਂ ਉਹੀ ਤਾਂ ਕਹਿ ਰਿਹਾ ਨਾ, ਜਦੋਂ ਤੱਕ ਠੇਕਾ ਮਾਲਕ ਕੋਲ ਪਹੁੰਚ ਰਿਹਾ, ਮਾਲਕ ਇੰਟਰਫੇਅਰ ਹੀ ਨਹੀਂ ਕਰਦਾ। ਮਾਲਕ ਤਾਂ ਉਦੋਂ ਇੰਟਰਫੇਅਰ ਕਰੂਗਾ ਨਾ ਜਿੱਦਣ ਉਹ ਕਲੇਮ ਕਰਨਗੇ ਕਿ ਭਾਈ ਤੈਨੂੰ ਠੇਕਾ ਕਿਉਂ ਦਈਏ, ਇਹ ਤਾਂ ਜ਼ਮੀਨ ਮੇਰੀ ਆ, ਹਨਾ। ਹੁਣ ਇਹ ਜਿਹੜਾ ਠੇਕੇ ਵਾਲਾ ਬੰਦਾ ਹੈ, ਇਹ ਇੱਕ ਤਰੀਕੇ ਦੇ ਠੇਕੇ ਵਾਲੇ ਬੰਦੇ ਨੇ, ਇਹਨਾਂ ਦੀ ਜ਼ਮੀਨ ਨਹੀਂ ਹੈਗੀ, ਤਾਂ ਇਹ ਮੰਨ ਕੇ ਬੈਠੇ ਨੇ ਕਿ ਜਦੋਂ ਅਗਲਾ ਨੂੰ ਪੇਮੈਂਟ ਪਹੁੰਚ ਰਹੀ ਆ, ਟੈਕਸਿਸ ਪਹੁੰਚ ਰਹੇ ਨੇ ਉੱਪਰ ਤੱਕ, ਤਾਂ ਉਦੋਂ ਤੱਕ ਠੀਕ ਆ। ਤੇ ਜਿਸ ਦਿਨ ਉਹ ਚੈਲੰਜ ਕਰਨਾ, ਅਸਲ 'ਚ ਪਾਵਰ ਹੁੰਦੀ ਕੀ ਆ ਕਿ ਉਹੀ ਤਾਂ ਪਾਵਰ ਹੁੰਦੀ ਆ ਨਾ ਜਿਹੜੀ ਉੱਪਰ ਚੈਲੰਜ ਕਰਨਾ, ਮਤਲਬ ਕਿ ਮੈਂ ਆਪਣੇ ਹੱਥ 'ਚ ਕੰਟਰੋਲ ਲੈ ਕੇ ਆਉਣਾ ਐਜ਼ ਅ ਨੇਸ਼ਨ। ਹੁਣ ਜਦੋਂ ਤੁਸੀਂ ਤਾਂ ਮਤਲਬ ਪ੍ਰੈਜ਼ੀਡੈਂਟ ਹੀ ਨਹੀਂ ਹੈਗਾ ਕੰਟਰੀ ਕੋਲ, ਆਪਣਾ ਟੌਪ ਲੈਵਲ ਜਿਹੜਾ, ਉਹ ਕੋਈ ਰਾਣੀ ਆ, ਤਾਂ ਲੈ ਦੇ ਕੇ ਉੱਥੇ ਆ ਗਿਆ ਨਾ, ਫਿਰ ਉਹ ਤਾਂ ਫਿਰ ਰਾਣੀ ਨੇ ਹੀ ਚੂਜ਼ ਕੀਤੇ ਵੇ ਬੰਦੇ ਨੇ ਥੱਲੇ ਇੱਕ ਤਰੀਕੇ ਦੇ, ਜਿਹੜੇ ਉਹਦੇ ਹਾਂ ਛਾਂ ਕਰਨਗੇ। ਤਾਂ ਉੱਥੇ ਉਹਨਾਂ ਨੂੰ ਇੰਨੀ ਫਿਰ ਥ੍ਰੈਟ ਵੀ ਨਹੀਂ ਹੈਗਾ ਕੋਈ। ਥ੍ਰੈਟ ਤਾਂ ਫਿਰ ਵੱਡੇ ਤੋਂ ਹੀ ਹੁੰਦਾ ਨਾ, ਥੱਲੇ ਵਾਲਿਆਂ ਤੋਂ ਥੋੜੀ ਥ੍ਰੈਟ ਹੁੰਦਾ ਕੋਈ। ਇਹ ਇਸ ਚੀਜ਼ ਦੇ ਬਾਰੇ ਤੁਹਾਨੂੰ ਨਵਾਂ ਪੁਆਇੰਟ ਕੱਢਿਆ ਕੋਈ ਤੂੰ, ਇਹਦੇ ਬਾਰੇ ਆਪਾਂ ਗੱਲ ਕਰਾਂਗੇ, ਫਿਰ ਕਰਾਂਗੇ। ਇਹ 'ਚ ਅਸੀਂ ਮੈਂ ਤਾਂ ਹਜੇ ਹਾਂ ਨਹੀਂ ਮਿਲਾ ਸਕਦੀ ਜਸਟ ਬਲਾਈਂਡਲੀ। ਇਹਨੂੰ ਥੋੜਾ ਸਟੱਡੀ ਕਰਕੇ ਦੇਖ ਕੇ ਫਿਰ ਆਪਾਂ ਇੱਥੇ ਥੋੜੀ ਡਿਟੇਲ ਚਰਚਾ ਕਰਾਂਗੇ ਇਸ ਪੁਆਇੰਟ ਨੂੰ ਲੈ ਕੇ। ਪੋਲਿਟਿਕਸ ਇਨ ਕੈਨੇਡਾ, ਰਾਈਟ? ਪੋਲਿਟਿਕਸ ਇਨ ਕੈਨੇਡਾ, ਅਮਰੀਕਾ ਜੋ ਵੀ ਹੈ, ਉੱਤੇ ਆਪਾਂ ਗੱਲ ਕਰ ਸਕਦੇ ਹਾਂ ਬਾਅਦ 'ਚ। ਨਹੀਂ, ਉਹਦਾ ਆਪਾਂ ਵਿਸ਼ਾ ਰੱਖਾਂਗੇ ਕਿ ਜਿਹੜੀ ਸਿਕਿਉਰਿਟੀ ਮਿਲਦੀ ਆ VIP, ਇਹ ਸੱਚੀ VIP ਹੁੰਦੇ ਨੇ? ਹਾਂ, ਉਹਦੇ ਤੇ ਆਪਾਂ ਥੋੜੀ ਖੋਜਬੀਨ ਕਰਕੇ ਨਾ ਫਿਰ ਇੱਕ ਵਾਰ ਉੱਤੇ ਡਿਬੇਟ ਕਰਦੇ ਹਾਂ ਡਿਟੇਲ ਦੇ ਵਿੱਚ, ਨਾ ਉਸ ਚੀਜ਼ ਨੂੰ ਲੈ ਕੇ। ਫਿਲਹਾਲ ਕੈਨੇਡਾ ਡੇ ਹੈ ਜੀ, ਇਸ ਕਰਕੇ ਹੈਪੀ ਕੈਨੇਡਾ ਡੇ। ਤੇ 2-3 ਦਿਨਾਂ ਬਾਅਦ ਅਮਰੀਕਾ ਡੇ ਆਏਗਾ, ਤੇ ਉਹਨਾਂ ਨੂੰ ਵੀ ਆਪਾਂ ਹੁਣੀ ਵਿਸ਼ ਕਰ ਦਿੰਦੇ ਹਾਂ ਕਿ ਹੈਪੀ ਅਮਰੀਕਾ ਡੇ ਆਲਸੋ। ਤੇ ਆਪਣਾ ਇੰਜੋਏ ਕਰੋ ਲੌਂਗ ਵੀਕਐਂਡ, ਜੇ ਕੋਈ ਕੈਨੇਡਾ ਤੋਂ ਸੁਣ ਰਿਹਾ ਤੇ ਅਮਰੀਕਾ ਤੋਂ ਸੁਣ ਰਿਹਾ, ਤੇ ਇੰਡੀਆ ਵਾਲੇ ਥੋੜਾ ਸਾਨੂੰ ਦੇਖ ਕੇ ਤੁਸੀਂ ਵੀ ਇੰਜੋਏ ਕਰ ਲਓ, ਹੈ। ਤੇ ਫਿਰ ਆਪਾਂ ਮਿਲਦੇ ਹਾਂ ਦੁਬਾਰਾ ਨੈਕਸਟ ਆਪਣੀ ਪੋਡਕਾਸਟ 'ਚ, ਠੀਕ ਹੈ? ਓਕੇ ਜੀ, ਹੈਪੀ ਕੈਨੇਡਾ ਡੇ ਵਾਂਸ ਅਗੇਨ।